ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਲੋਕਤੰਤਰ, ਡੈਮੋਕ੍ਰੇਸੀ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਕਾਮਯਾਬ ਇੱਕ ਪ੍ਰਣਾਲੀ ਹੈ ਜਿਹਦੇ ਤਹਿਤ ਕੋਈ ਵੀ ਦੇਸ਼ ਕੰਮ ਕਰਦਾ, ਜਿੱਥੇ ਲੋਕਾਂ ਨੂੰ ਪੂਰਾ ਹੱਕ ਹੈ ਵੋਟਾਂ ਪਾਉਣ ਦਾ, ਆਪਣੀ ਰਾਏ ਦੇਣ ਦਾ। ਸੋ ਇੱਕ ਧਿਰ ਗਵਰਨਮੈਂਟ ਬਣਦੀ ਹੈ ਤੇ ਦੂਜੀ ਧਿਰ ਵਿਰੋਧੀ ਬਣਦੀ ਹੈ, ਜਾਂ ਕਈ ਧਿਰਾਂ ਵਿਰੋਧੀ ਹੋ ਸਕਦੀਆਂ ਨੇ। ਤਾਂ ਲੋਕਤੰਤਰ ਉਦੋਂ ਕਾਮਯਾਬ ਹੁੰਦਾ ਹੈ ਜਦੋਂ ਵਿਰੋਧੀ ਧਿਰ ਪੂਰੀ ਮਜ਼ਬੂਤ ਹੋਵੇ, ਮਜ਼ਬੂਤੀ ਨਾਲ ਕੰਮ ਕਰੇ, ਇੱਕ ਸ਼ੈਡੋ ਗਵਰਨਮੈਂਟ ਵਾਕਣ ਕੰਮ ਕਰੇ ਤੇ ਵਜ਼ਾਰਤ ਵਿੱਚ ਜਿਹੜੀ ਸਰਕਾਰ ਬੈਠੀ ਹੈ, ਜਿਹੜੀ ਪਾਰਟੀ ਬੈਠੀ ਹੈ, ਉਹਦੇ ਹਰ ਕੰਮ ਦੇ ਉੱਤੇ ਧਿਆਨ ਰੱਖੇ, ਨੁਕਸ ਕੱਢੇ, ਆਪਣੇ ਸੁਝਾਅ ਦੇਵੇ ਤੇ ਦੋਵੇਂ ਸਦਨ ਪਾਰਲੀਮੈਂਟ ਦੇ ਉਹਨਾਂ ਦੇ ਵਿੱਚ ਜਾ ਕੇ ਸਾਡੇ ਨੁਮਾਇੰਦੇ ਗੱਲਬਾਤ ਕਰਦੇ ਨੇ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ, ਕਾਨੂੰਨ ਪਾਸ ਕੀਤੇ ਜਾਂਦੇ ਨੇ ਤੇ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਣੇ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਪੇਸ਼ ਕਰਦੇ ਨੇ। ਪਰ ਪਿਛਲੇ ਕੁਝ ਵਰ੍ਹਿਆਂ ਤੋਂ, ਪਿਛਲੇ ਕੁਝ ਸਾਲਾਂ ਤੋਂ ਅਸੀਂ ਵੇਖਦੇ ਹਾਂ ਕਿ ਵਿਰੋਧੀ ਧਿਰ ਦਾ ਜਿਹੜਾ ਰੋਲ ਹੈ, ਭੂਮਿਕਾ ਹੈ, ਉਹ ਘਟਦੀ ਜਾ ਰਹੀ ਹੈ, ਕਿਉਂਕਿ ਸਰਕਾਰਾਂ ਬਹੁ ਗਿਣਤੀ ਦੇ ਸਹਾਰੇ ਫੈਸਲੇ ਲੈਣ ਲੱਗ ਪਈਆਂ ਨੇ। ਮੈਜੋਰਿਟੀ ਹੈ, ਇਸ ਕਰਕੇ ਜੋ ਸਰਕਾਰ ਨੇ ਕਹਿ ਦਿੱਤਾ ਉਹ ਫਾਈਨਲ ਵਰਡਿਕਟ। ਵਿਰੋਧੀ ਧਿਰ ਕੇ ਕਹਿ ਰਹੀ ਆ ਉਹਦੇ ਵੱਲ ਕਈ ਵਾਰ ਧਿਆਨ ਨਹੀਂ ਦਿੱਤਾ ਜਾਂਦਾ। ਤਾਂ ਪ੍ਰਸਿੱਧ ਵਕੀਲ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਔਰ ਇਹ ਕਾਬਿਲ ਗੌਰ ਹੈ ਔਰ ਇਹਦੇ ਉੱਤੇ ਬਹਿਸ ਵੀ ਹੋ ਸਕਦੀ ਹੈ ਕਿ ਵਾਕਈ ਜੋ ਇਹ ਵਕੀਲ ਸਾਹਿਬ ਕਹਿ ਰਹੇ ਨੇ ਇਹ ਬਿਲਕੁਲ ਸੱਚ ਕਹਿ ਰਹੇ ਨੇ। ਕੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿ ਜਦੋਂ ਵੀ ਰਾਜ ਸਭਾ ਦਾ ਜਾਂ ਲੋਕ ਸਭਾ ਦਾ ਸੈਸ਼ਨ ਬੈਠੇਗਾ ਤਾਂ ਉਸ ਸੈਸ਼ਨ ਦੇ ਵਿੱਚ ਇੱਕ ਦਿਨ ਕਮ ਸੇ ਕਮ ਸਿਰਫ ਵਿਰੋਧੀ ਧਿਰ ਵਾਸਤੇ ਰੱਖਿਆ ਜਾਵੇ, ਤਾਂ ਕਿ ਉਹ ਆਪਣੀਆਂ ਗੱਲਾਂ ਕਹਿ ਸਕਣ, ਆਪਣੇ ਮਸਲੇ ਉਠਾ ਸਕਣ, ਆਪਣੇ ਮਨ ਦੀ ਗੱਲ ਕਰ ਸਕਣ, ਆਪਣੇ ਵਿਚਾਰ ਪੇਸ਼ ਕਰ ਸਕਣ, ਸੁਝਾਅ ਦੇ ਸਕਣ। ਪਰ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਉੱਤੇ ਇੱਕ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਕਿਉਂਕਿ ਜੋ ਸਰਕਾਰ ਇਸ ਵਕਤ ਦੇਸ਼ ਚਲਾ ਰਹੀ ਹੈ ਉਹ ਮੈਜੋਰਿਟੀ ਦੇ ਵਿੱਚ ਹੈ। ਇਸ ਕਰਕੇ ਬਹੁਤਾ ਕੁਝ ਰਹਿ ਨਹੀਂ ਜਾਂਦਾ ਵਿਰੋਧੀ ਧਿਰਾਂ ਦੇ ਹੱਥ ਵਿੱਚ, ਵਿਰੋਧੀ ਧਿਰਾਂ ਦੇ ਹਿੱਸੇ ਦੇ ਵਿੱਚ। ਹਾਲਾਂਕਿ ਕੁਝ ਨਾ ਕੁਝ ਸਮਾਂ ਮਿਲਦਾ ਹੈ ਕਿ ਕੋਈ ਵੀ ਪ੍ਰਾਈਵੇਟ ਮੈਂਬਰ ਆਪਣੀ ਗੱਲ ਰੱਖ ਸਕਦਾ ਹੈ ਦੋਵਾਂ ਸਦਨਾਂ ਦੇ ਵਿੱਚ, ਪਰ ਉਹ ਸਪੀਕਰ ਦੀ ਮਨਜ਼ੂਰੀ ਦੇ ਨਾਲ ਹੀ ਹੋ ਸਕਦਾ ਹੈ। ਸਾਰਾ ਸਕੈਜੂਅਲ ਉਸੇ ਤਰ੍ਹਾਂ ਬਣੇਗਾ ਜਿਸ ਤਰ੍ਹਾਂ ਸਪੀਕਰ ਮਨਜ਼ੂਰ ਕਰੇਗਾ। ਖੈਰ, ਜੋ ਨਿਯਮ ਬਣੇ ਹੋਏ ਨੇ ਉਹਨਾਂ ਵਿੱਚ ਸੋਧ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਬਦਲਣ ਦੀ ਜ਼ਰੂਰਤ ਹੈ, ਜਿੱਥੇ ਜ਼ਰੂਰਤ ਹੋਵੇ ਕਿ ਵਿਰੋਧੀ ਧਿਰਾਂ ਨੂੰ ਆਪਣਾ ਪੱਖ ਰੱਖਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਸੋ ਇੱਕ ਦਿਨ ਜਿਹੜਾ ਇਹ ਰਾਖਵਾਂ ਰੱਖਣਾ ਹੈ ਉਹ ਜ਼ਰੂਰੀ ਕਰ ਦਿੱਤਾ ਜਾਵੇ, ਇਹ ਹੈ ਸੁਝਾਅ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜੋ ਸੰਸਦ ਵਿੱਚ ਬਹਿਸਾਂ ਹੁੰਦੀਆਂ ਨੇ ਉਹਨਾਂ ਦਾ ਮਿਆਰ, ਉਹਨਾਂ ਦਾ ਸਟੇਟਸ ਲਗਭਗ ਡਿੱਗਦਾ ਜਾ ਰਿਹਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਅਸੀਂ ਦੇਖਦੇ ਹਾਂ ਕਿ ਇਸ ਕਰਕੇ ਉਹਨਾਂ ਦੇ ਉੱਤੇ ਸਵਾਲ ਉੱਠਣੇ ਸੁਭਾਵਿਕ ਨੇ। ਮੈਂ ਕੁਝ ਆંકੜੇ ਆਪਣੇ ਨਾਲ ਲੈ ਕੇ ਆਇਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਵਾਲ ਉੱਠਣੇ ਤਾਂ ਸੁਭਾਵਿਕ ਹੋ ਜਾਂਦੇ ਨੇ ਕਿਉਂਕਿ ਇੱਕ ਅਧਿਐਨ ਦੇ ਅਨੁਸਾਰ 1952 ਤੋਂ 1972 ਤੱਕ, ਇਹ 20 ਸਾਲਾਂ ਤੱਕ ਜੋ ਸੰਸਦ ਦਾ ਸੈਸ਼ਨ ਚੱਲਦਾ ਸੀ, ਔਸਤਨ ਜੋ ਦਿਨ ਰਹਿੰਦੇ ਸੀ 128 ਤੋਂ 132 ਦਿਨ ਤੱਕ ਚੱਲਦਾ ਹੁੰਦਾ ਸੀ, ਜੋ ਕਿ 2007 ਤੋਂ ਲੈ ਕੇ 2017 ਤੱਕ ਇਹ 10 ਸਾਲਾਂ ਦਾ ਜੋ ਰਿਕਾਰਡ ਹੈ ਉਹ ਸਮਾਂ ਇੰਨਾ ਘਟ ਗਿਆ ਕਿ ਸਿਰਫ 64 ਤੋਂ 67 ਦਿਨ ਹੀ ਰਹਿ ਗਏ। ਮਤਲਬ ਇੰਨੇ ਘੱਟ ਦਿਨ ਜੋ ਦੇਸ਼ ਦੇ ਮਸਲਿਆਂ ਦੇ ਉੱਤੇ ਤੁਸੀਂ ਬਹਿਸ ਕਰਨੀ ਹੈ ਦੋਵਾਂ ਸਦਨਾਂ ਦੇ ਵਿੱਚ, ਦਿਨ ਬਹੁਤ ਘੱਟ ਗਏ ਨੇ। ਕਿਤੇ 128 ਤੋਂ 132 ਤੇ ਕਿਤੇ 64 ਤੋਂ 67 ਦਿਨ। ਇਸ ਕਰਕੇ 47% ਬਿੱਲ ਬਿਨਾਂ ਕਿਸੇ ਬਹਿਸ ਤੋਂ ਪਾਸ ਕਰ ਦਿੱਤੇ ਗਏ ਇਹਨਾਂ ਸਮੇਂ ਦੇ ਦੌਰਾਨ, ਜੋ ਕਿ ਲੋਕਤੰਤਰ ਦੀ ਸਿਹਤ ਵਾਸਤੇ ਬਿਲਕੁਲ ਵੀ ਠੀਕ ਨਹੀਂ ਹੈ। ਇਸ ਦੇ ਵਿੱਚ ਬਦਲਾਅ ਹੋਣੇ ਚਾਹੀਦੇ ਨੇ। ਕੁਝ ਹੋਰ ਆંકੜੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਕਿ ਕੇਂਦਰ ਸਰਕਾਰ ਹਰ ਸੈਸ਼ਨ ਤੋਂ ਪਹਿਲਾਂ ਇਹ ਜ਼ਰੂਰ ਕਹਿੰਦੀ ਹੈ ਕਿ ਅਸੀਂ ਬਹਿਸ ਵਾਸਤੇ ਬਿਲਕੁਲ ਤਿਆਰ ਹਾਂ, ਪਰ ਜੋ ਪ੍ਰੈਕਟੀਕਲ ਹੈ, ਜੋ ਪ੍ਰੈਕਟੀਕਲ ਤਸਵੀਰ ਹੈ ਉਹ ਬਿਲਕੁਲ ਵੱਖਰੀ ਹੈ। ਜੋ ਉਹ ਸਟੇਟਮੈਂਟ ਦਿੰਦੇ ਨੇ, ਜੋ ਕਹਿੰਦੇ ਨੇ, ਉਸ ਤੋਂ ਬਿਲਕੁਲ ਨਿਖੜਵੀਂ ਹੋ ਜਾਂਦੀ ਹੈ। ਕਿਉਂਕਿ 17 ਸਤੰਬਰ 2020 ਨੂੰ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ, 3 ਬਿੱਲ ਪਾਸ ਕੀਤੇ ਗਏ, ਉਸ ਸੰਸਦ ਦੇ ਅੰਦਰ ਸਿਰਫ 2 ਘੰਟੇ 48 ਮਿੰਟ ਦੀ ਬਹਿਸ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਸੋ 3 ਦਿਨ ਪਿੱਛੋਂ ਰਾਜ ਸਭਾ ਵਿੱਚ 2 ਘੰਟੇ 8 ਮਿੰਟ ਦੀ ਬਹਿਸ ਤੋਂ ਬਾਅਦ ਪਾਸ ਕਰ ਦਿੱਤਾ ਗਿਆ। ਸੋ ਇੰਨਾ ਘੱਟ ਸਮਾਂ, ਇੰਨੇ ਇੰਪੋਰਟੈਂਟ ਬਿਲਸ, ਜਦੋਂ ਅਸੀਂ ਜਾਣਦੇ ਹਾਂ ਕਿ ਸਾਡਾ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਤਾਂ ਵੀ ਬਹੁਤ ਘੱਟ ਸਮੇਂ ਦੇ ਅੰਦਰ, ਔਰ ਅਸੀਂ ਸਾਰੇ ਜਾਣਦੇ ਹਾਂ ਇਸ ਦੇ ਪਿੱਛੇ ਵਜ੍ਹਾ ਕੀ ਸੀ, ਕਿਉਂਕਿ ਅਸੀਂ ਕਿਸਾਨ ਅੰਦੋਲਨ ਦੌਰਾਨ ਇਸ ਦੀ ਵਜ੍ਹਾ ਦੇ ਉੱਤੇ ਖਾਸ ਨਜ਼ਰ ਰੱਖੀ, ਖਾਸ ਨਿਗਰਾਨੀ ਰੱਖੀ। ਖੈਰ, ਇਸ ਵਕਤ ਅਸੀਂ ਗੱਲ ਕਰ ਰਹੇ ਹਾਂ ਵਿਰੋਧੀ ਧਿਰ ਕਿੰਨੀ ਕੁ ਮਜ਼ਬੂਤ ਹੋਣੀ ਚਾਹੀਦੀ ਹੈ। ਤਾਂ 1 ਸਾਲ ਲੰਮੇ ਚਲੇ ਅੰਦੋਲਨ ਦੌਰਾਨ ਸਰਕਾਰ ਨੇ 3 ਖੇਤੀ ਕਾਨੂੰਨ ਵਾਪਸ ਜ਼ਰੂਰ ਲੈ ਲਏ, ਪਰ ਇਹ ਵਾਪਸ ਲੈਣ ਦਾ ਸਮਾਂ ਕੀ ਸੀ?
ਜੋ ਲੋਕ ਸਭਾ ਵਿੱਚ ਸੀ 9 ਮਿੰਟ ਤੇ ਰਾਜ ਸਭਾ ਦੇ ਵਿੱਚ 3 ਮਿੰਟ ਬਿਨਾਂ ਕਿਸੇ ਬਹਿਸ ਤੋਂ ਵਾਪਸ ਲੈ ਲਿੱਤੇ ਗਏ, ਜਦਕਿ ਵਾਪਸ ਲੈਣ ਦੀ ਵੀ ਜੋ ਪ੍ਰਕਿਰਿਆ ਹੈ ਉਹ ਵੀ ਬਹਿਸ ਹੁੰਦੀ ਹੈ। ਸੋ ਇਹ ਸਭ ਗੱਲਾਂ ਕਿਸ ਨਤੀਜੇ ਵੱਲ ਸੰਕੇਤ ਕਰਦੀਆਂ ਨੇ, ਇਹ ਸਾਨੂੰ ਸੋਚਣ ਦੀ ਲੋੜ ਹੈ, ਕਿਉਂਕਿ ਵਿਰੋਧੀ ਧਿਰ ਵੱਲੋਂ ਬਿੱਲ ਉੱਤੇ ਬਹਿਸ ਕਰਵਾਉਣ ਦੀ ਮੰਗ ਮਨਜ਼ੂਰ ਨਹੀਂ ਕੀਤੀ ਗਈ, ਤੇ ਜਦੋਂ ਮੰਗ ਹੀ ਮਨਜ਼ੂਰ ਨਹੀਂ ਹੋਈ ਤਾਂ ਫਿਰ ਦੱਸੋ ਪੁਖਤਾ ਨਤੀਜੇ ਕਿੱਥੋਂ ਆਉਣੇ ਨੇ? ਕਿਉਂਕਿ ਡਿਬੇਟ ਹੋਣਾ ਜ਼ਰੂਰੀ ਹੈ, ਸੰਵਾਦ ਹੋਣਾ ਜ਼ਰੂਰੀ ਹੈ। ਤੁਸੀਂ ਆਪਣੀ ਗੱਲ ਕਹੋ, ਮੈਂ ਆਪਣੀ ਗੱਲ ਕਹਾਂ, ਤਾਂ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਪਰ ਜੇ ਕੋਈ ਬੰਦਾ ਗੱਲ ਕਰੀ ਜਾਏਗਾ, ਦੂਜੇ ਬੰਦੇ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲੇਗਾ, ਤਾਂ ਇਹਦਾ ਮਤਲਬ ਲੋਕਤੰਤਰ ਨਹੀਂ ਹੈ, ਡਿਕਟੇਟਰਸ਼ਿਪ ਹੈ, ਤਾਨਾਸ਼ਾਹੀ ਹੈ। ਜੋ ਇੱਕ ਬੰਦੇ ਨੇ ਕਹਿ ਦਿੱਤਾ ਉਹੀ ਫਾਈਨਲ ਲਾਅ, ਉਹੀ ਪਾਲਿਸੀ, ਉਹੀ ਲਾਗੂ ਹੋਣਾ ਹੈ, ਤੇ ਜੋ ਦੂਜਾ ਕਹਿ ਰਿਹਾ ਹੈ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਜਾਏ। ਇਹ ਗੱਲ ਬਿਲਕੁਲ ਗਲਤ ਹੈ। ਇਸ ਕਰਕੇ ਹਰ ਬਿੱਲ ਦੇ ਉੱਤੇ, ਹਰ ਪਾਲਿਸੀ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਗੱਲ ਕਹੀ ਜਾਂਦੀ ਹੈ, ਨਾਟ ਯੋਰ ਵੇ, ਨਾਟ ਮਾਈ ਵੇ, ਬਟ ਦੀ ਰਾਈਟ ਵੇ। ਰਾਈਟ ਵੇ ਉਹੀ ਹੋਏਗੀ ਜਦੋਂ ਸੰਵਾਦ ਰਚਿਆ ਜਾਏਗਾ, ਵਿਚਾਰ ਵਟਾਂਦਰਾ ਹੋਏਗਾ। ਸੋ ਇਹ ਸਟੈਂਡਿੰਗ ਕਮੇਟੀਜ਼ ਨੂੰ ਜਿਹੜੇ ਭੇਜੇ ਜਾਂਦੇ ਨੇ ਬਿੱਲ, ਕਿਸੇ ਵੀ ਬਹਿਸ ਤੋਂ, ਕਿਸੇ ਵੀ ਡਿਬੇਟ ਤੋਂ ਬਿਨਾਂ ਭੇਜੇ ਜਾਂਦੇ ਨੇ। ਸੋ ਉਹਨਾਂ ਦੇ ਉੱਤੇ ਜੋ ਫੈਸਲੇ ਹੁੰਦੇ ਨੇ, ਅਸੀਂ ਸਾਰੇ ਜਾਣਦੇ ਹਾਂ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ। ਥੋੜ੍ਹੇ ਜਿਹੇ ਹੋਰ ਅੰਕੜੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। 2004 ਤੋਂ 2009 ਤੱਕ ਇਸ ਸਮੇਂ ਦੌਰਾਨ 60% ਬਿੱਲ, 60% ਬਿੱਲ ਜੋ ਸਟੈਂਡਿੰਗ ਕਮੇਟੀਜ਼ ਨੂੰ ਭੇਜੇ ਗਏ ਸੀ, ਪਰ 2019 ਤੋਂ ਬਾਅਦ ਸਿਰਫ 12%, ਸਿਰਫ 12% ਜੋ ਮਸਲੇ ਨੇ ਉਹ ਸਟੈਂਡਿੰਗ ਕਮੇਟੀ ਨੂੰ ਭੇਜੇ ਗਏ। ਸੋ ਇਹ ਪ੍ਰਕਿਰਿਆ ਸਾਨੂੰ ਕੀ ਦੱਸਦੀ ਆ ਕਿ ਜੋ ਲੋਕਤੰਤਰ ਦਾ ਆਧਾਰ ਹੈ ਕਿ ਅਸੀਂ ਬਹਿਸ ਕਰੀਏ, ਸੰਵਾਦ ਰਚੀਏ, ਉਸ ਤੋਂ ਬਾਅਦ ਕਿਸੇ ਨਤੀਜੇ ਤੇ ਪਹੁੰਚੀਏ, ਕਿਉਂਕਿ ਪੂਰੇ ਦੇਸ਼ ਦਾ ਸਵਾਲ ਹੈ, ਲੋਕਾਂ ਦੇ ਜੀਵਨ ਦਾ ਸਵਾਲ ਹੈ, ਉਸ ਦੇ ਉੱਤੇ ਅਸੀਂ ਪੂਰਾ ਧਿਆਨ ਨਹੀਂ ਦੇ ਰਹੇ, ਤਵੱਜੋ ਨਹੀਂ ਦੇ ਰਹੇ। ਇਸ ਕਰਕੇ ਲੋਕਤੰਤਰ ਦਾ ਆਧਾਰ ਕਮਜ਼ੋਰ ਹੋ ਰਿਹਾ ਹੈ। ਸੋ ਇਸ ਦੌਰਾਨ ਇਸ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਕੀ ਕਹਿੰਦੀ ਹੈ, ਤੁਹਾਡੇ ਵਿਪਕਸ਼ 'ਚ ਬੈਠੀ ਹੋਈ ਪਾਰਟੀ ਕੀ ਕਹਿੰਦੀ ਹੈ, ਕਿਉਂਕਿ ਉਹ ਵੀ ਤਾਂ ਤੁਹਾਡੇ ਕਲੀਗਸ ਨੇ ਨਾ, ਕਿਉਂਕਿ ਉਹ ਵੀ ਤਾਂ ਲੋਕ ਸਭਾ ਵਿੱਚ, ਰਾਜ ਸਭਾ ਦੇ ਵਿੱਚ ਬੈਠੇ ਨੇ। ਉਹਨਾਂ ਦੀ ਗੱਲ ਤੁਸੀਂ ਨਹੀਂ ਸੁਣ ਰਹੇ। ਇਸ ਕਰਕੇ ਅੱਜ ਇਹ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ। ਤਾਂ ਕਪਿਲ ਸਿੱਬਲ ਜੀ ਜੋ ਇਹ ਸੁਝਾਅ ਦੇ ਰਹੇ ਨੇ, ਉਹਦੇ ਉੱਤੇ ਗੰਭੀਰਤਾ ਨਾਲ ਗੱਲ ਕਰਨ ਦੀ ਲੋੜ ਹੈ। ਸੋ ਇਸ ਸਬਜੈਕਟ ਦੇ ਉੱਤੇ, ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਪਵਨਦੀਪ ਸ਼ਰਮਾ। ਪਵਨ ਜੀ, ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ। ਧੰਨਵਾਦ ਸੰਜੀਵ ਜੀ, ਔਰ ਪੰਜਾਬ ਮੇਲ USA ਟੀਵੀ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਵਨ ਜੀ, ਅਸੀਂ ਹਮੇਸ਼ਾ ਇਹ ਗੱਲ ਚੇਤੇ ਰੱਖਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਦਾ, ਓਪੋਜੀਸ਼ਨ ਪਾਰਟੀ ਦਾ ਮਜ਼ਬੂਤ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੋ ਗਵਰਨਮੈਂਟ ਸਰਕਾਰ ਬਣਾ ਕੇ ਬੈਠੀ ਹੈ, ਜੋ ਪਾਰਟੀ ਸਰਕਾਰ ਦੇ ਵਿੱਚ ਮੌਜੂਦ ਹੈ, ਨਾਲ ਦੇ ਨਾਲ ਇੱਕ ਸ਼ੈਡੋ ਗਵਰਨਮੈਂਟ ਹੋਣੀ ਚਾਹੀਦੀ ਹੈ ਜੋ ਵਿਰੋਧੀ ਧਿਰ ਹੋਣ। ਪਰ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਵਿਰੋਧੀ ਧਿਰ ਲਗਭਗ ਨਾ ਦੀ ਬਰਾਬਰ ਹੈ। ਕੋਈ ਵਿਰੋਧ ਨਹੀਂ ਮਿਲਦਾ ਰੂਲਿੰਗ ਪਾਰਟੀ ਨੂੰ, ਇਸ ਕਰਕੇ ਮਨ ਮਰਜ਼ੀ ਹੋ ਰਹੀ ਹੈ। ਤੁਹਾਡਾ ਟੇਕ ਕੀ ਹੈ ਇਸ ਪੁਆਇੰਟ ਤੇ? ਦੇਖੋ, ਜਿੱਥੇ ਲੋਕਤਾਂਤਰਿਕ ਸਿਸਟਮ ਹੋਵੇ, ਡੈਮੋਕ੍ਰੇਸੀ ਦੇ ਵਿੱਚ ਜਦੋਂ ਸਰਕਾਰਾਂ ਬਣਦੀਆਂ ਨੇ, ਲੋਕ ਕਿਸੇ ਵੀ ਇੱਕ ਪਾਰਟੀ ਨੂੰ, ਕਿਸੇ ਵੀ ਇੱਕ ਧਿਰ ਨੂੰ ਜਦੋਂ ਵੱਡੇ ਲੈਵਲ ਦੇ ਉੱਤੇ ਮੈਂਡੇਟ ਦੇ ਕੇ ਗਵਰਨਮੈਂਟ ਬਣਾਉਣ ਦੇ ਵਿੱਚ ਸਹਾਈ ਹੁੰਦੇ ਨੇ, ਉਦੋਂ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਅਕਸਰ ਹੀ ਸਾਡੇ ਦੇਸ਼ ਦੇ ਵਿੱਚ ਸੁਣਨ ਨੂੰ ਸਾਹਮਣੇ ਆਉਂਦੀਆਂ ਹੈਗੀਆਂ। ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਹੈਗੀ ਆ, ਔਰ ਆਪੋਜੀਸ਼ਨ ਦੇ ਵਿੱਚ ਜਿੱਥੇ ਕਾਂਗਰਸ ਦਾ ਅਲਾਇੰਸ ਹੈਗਾ, UPA ਦਾ ਕਈਆਂ ਦੇ ਨਾਲ ਰਲ ਮਿਲ ਕੇ, ਇਸ ਤਰ੍ਹਾਂ BJP ਦਾ NDA ਦੇ ਨਾਲ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ। ਸੋ ਇਸ ਕਰਕੇ ਜਿਹੜੀ ਆਵਾਜ਼ ਕਪਿਲ ਸਿੱਬਲ ਹੋਣਾ ਨੇ ਜਾਰੀ ਕੀਤੀ ਹੈ, ਬੁਲੰਦ ਕੀਤੀ ਹੈ ਕਿ ਉਹਨਾਂ ਨੂੰ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ, ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਇੱਕ ਦਿਨ ਸਪੈਸ਼ਲ ਜਿਹੜਾ ਵਿਰੋਧੀ ਧਿਰਾਂ ਦੇ ਲਈ ਰੱਖ ਲੈਣ, ਕੋਈ ਏਦਾਂ ਦਾ ਇਜਲਾਸ ਬਣਾ ਲੈਣ, ਕੋਈ ਏਦਾਂ ਦਾ ਸਮਾਂ ਜਿਹੜਾ ਵਿਰੋਧੀ ਧਿਰਾਂ ਨੂੰ ਦਿੱਤਾ ਜਾਵੇ, ਤਾਂ ਕਿ ਉਹ ਵੀ ਜਿਹੜਾ ਇੱਕ ਸ਼ੈਡੋ ਗਵਰਨਮੈਂਟ ਦੇ ਤੌਰ ਦੇ ਉੱਤੇ ਇੱਕ ਜਿਹੜੀ ਕਾਰਕਰਦਗੀ ਸਰਕਾਰ ਦੀ ਦੇਸ਼ ਦੇ ਵਿੱਚ ਚੱਲ ਰਹੀ ਹੈਗੀ, ਉਹਦੇ ਉੱਤੇ ਕੀ ਤਨਕੀਦ ਕਰਨੀ ਹੈ, ਕੀ ਕਿੰਤੂ ਪਰੰਤੂ ਕਰਨਾ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਾਜਿਬ ਰਸਤੇ ਦੇ ਉੱਤੇ ਲੈ ਕੇ ਆਉਣਾ, ਔਰ ਉਹਨਾਂ ਦੇ ਧਿਆਨ ਦੇ ਵਿੱਚ, ਆਮ ਆਵਾਮ ਦੇ ਧਿਆਨ ਦੇ ਵਿੱਚ ਇਹ ਗੱਲਾਂ ਲੈ ਕੇ ਆਉਣੀਆਂ ਕਿ ਸਰਕਾਰ ਕਿਹੜੀ ਗੱਲ ਠੀਕ ਕਰ ਰਹੀ ਹੈ ਔਰ ਕਿਹੜੀ ਗੱਲ ਗਲਤ ਕਰ ਰਹੀ ਹੈ। ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਆ। ਪਰ ਇਹ ਇੱਕ ਬੜੀ ਆਮ ਗੱਲ ਹੁੰਦੀ ਹੈ, ਆਮ ਚਰਚਾ ਦੇ ਵਿੱਚ ਆਉਣ ਵਾਲੀ ਗੱਲ ਹੁੰਦੀ ਹੈ, ਜਦੋਂ ਕਿਸੇ ਧਿਰ ਕੋਲ ਬਹੁਤ ਤਾਕਤ ਹੋਵੇ, ਵੱਡੇ ਲੈਵਲ ਦੇ ਉੱਤੇ ਸੀਟਾਂ ਹੋਣ, ਔਰ ਵੱਖ-ਵੱਖ ਸਟੇਟਸ ਦੇ ਉੱਤੇ ਜਿਸ ਰਹੀਆਂ ਹੋਣ। ਤੁਸੀਂ ਸੰਜੀਵ ਜੀ ਹੁਣ ਵਾਲੇ ਸਮੇਂ 'ਚ ਵੀ ਦੇਖਿਆ ਹੋਊਗਾ, ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਹੋਊਗਾ ਕਿ VOTING ਪਰਸੈਂਟੇਜ ਕਿਤੇ ਜਾ ਕੇ ਵੱਧ ਗਈ
ਜਦੋਂ ਅਸੀਂ ਸਾਡੇ ਦੇਸ਼ ਦੇ ਰਾਸ਼ਟਰਪਤੀ ਦਾ ਚੁਣਾਵ ਕਰਨਾ ਸੀ। ਸੋ ਇਸ ਕਰਕੇ ਜਿਹੜਾ ਐਨਡੀਏ ਦੇ ਕੈਂਡੀਡੇਟ ਸੀ ਉਹਨਾਂ ਨੂੰ ਵੋਟਿੰਗ ਪਰਸੈਂਟੇਜ ਐਕਸਪੈਕਟੇਸ਼ਨ ਤੋਂ ਵੀ ਜ਼ਿਆਦਾ ਵਧੀ ਮਿਲੀ। ਉਹਨਾਂ ਨੂੰ ਕ੍ਰਾਸ ਵੋਟਿੰਗ ਦਾ ਵੀ ਬਹੁਤ ਸਹਾਰਾ ਮਿਲਿਆ ਪੰਜਾਬ ਦੇ ਵਿੱਚ ਵੀ ਇਸ ਕਰਕੇ ਇਹ ਗੱਲਾਂ, ਇਹ ਇਲਜ਼ਾਮ ਤਰਾਸ਼ੀਆਂ ਲੀਡਰ ਕਰਦੇ ਹੀ ਹੁੰਦੇ ਆ। ਪਰ ਇਹ ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਲੋਕ ਕਹਿ ਰਹੇ ਹੁੰਦੇ ਆ ਇਹ ਗੱਲ, ਜਿਹੜੇ ਲੀਡਰ ਇਹ ਗੱਲ ਕਹਿ ਰਹੇ ਹੁੰਦੇ ਆ, ਕੀ ਆਵਾਮ ਉਹਨਾਂ ਨੂੰ ਓਨਾ ਕ੍ਰੈਡੀਬਲ ਮੰਨਦੀ ਹੈ? ਕੀ ਓਨੀ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਹੈ? ਕੀ ਉਹ ਆਪਣੇ ਪਿਛਲੇ ਲੰਮੀ ਕਾਰਕਰਦਗੀ ਦੇ ਵਿੱਚ, ਲੰਮੇ ਰਾਜਨੀਤਿਕ ਸਮੇਂ ਦੇ ਵਿੱਚ, ਜੀਵਨ ਦੇ ਵਿੱਚ ਉਹ ਏਦਾਂ ਦੇ ਵਿਸ਼ੇ, ਏਦਾਂ ਦੇ ਮੁੱਦੇ ਲੋਕ ਹਿੱਤਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਏ? ਉਹ ਜੇ ਨਹੀਂ ਲੈ ਕੇ ਆਏ ਤੇ ਫਿਰ ਉਹਨਾਂ ਦੀ ਬਿਆਨਬਾਜ਼ੀ ਕਰਨ ਦਾ ਖਾਲੀ ਇਹਨਾਂ ਗੱਲਾਂ ਦੇ ਉੱਤੇ ਕੋਈ ਫਾਇਦਾ ਨਹੀਂ ਹੋਣ ਵਾਲਾ। ਪਵਨ ਜੀ, ਗੱਲ ਇਹ ਬਣਦੀ ਹੈ ਕਿ ਅਸੀਂ ਪਿਛਲੇ ਸਮੇਂ ਤੋਂ ਇੱਕ ਦੇਖ ਰਹੇ ਹਾਂ ਔਰ ਮਾਹਿਰ ਇਹ ਮੰਨਦੇ ਨੇ ਕਿ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਘੱਟ ਤੇ ਤਾਨਾਸ਼ਾਹੀ ਜ਼ਿਆਦਾ ਚੱਲ ਰਹੀ ਹੈ। ਜੋ ਗਵਰਨਮੈਂਟ ਦੇ ਵੱਲੋਂ ਕਹਿ ਦਿੱਤਾ ਗਿਆ ਉਹ ਫਾਈਨਲ ਵਰਡਿਕਟ, ਉਹ ਫਾਈਨਲ ਕਾਨੂੰਨ ਬਣ ਗਿਆ। ਡੂ ਯੂ ਐਗਰੀ? ਦੇਖੋ ਤੁਹਾਡੀ ਗੱਲ ਠੀਕ ਹੈਗੀ ਆ ਕਿ ਕੁਝ ਸ਼ਬਦਾਂ ਦੇ ਵਿੱਚ, ਕੁਝ ਕਾਨੂੰਨਾਂ ਦੇ ਵਿੱਚ ਦੇਖੋ ਹਰ ਜਗ੍ਹਾ ਦੇ ਉੱਤੇ ਵੱਖ-ਵੱਖ ਮਿਲੀ-ਜੁਲੀਆਂ ਰਾਵਾਂ ਜਿਹੜੀਆਂ ਉਹ ਸਭ ਦੇ ਸਾਹਮਣੇ ਆਉਂਦੀਆਂ। ਕੋਈ ਇੱਕ ਸਿੱਧੀ ਸਪਸ਼ਟ ਚੀਜ਼ ਨਹੀਂ ਆਉਂਦੀ। ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਮੰਨ ਲਓ ਪੰਜਾਬ ਦੇ ਵਿੱਚ ਕਿੱਡੀ ਵੱਡੀ ਲਹਿਰ ਉੱਠੀ, ਪੂਰੀ ਦੇਸ਼ੋ ਦੁਨੀਆ ਦੇ ਵਿੱਚ ਇਹ ਗੱਲ ਉੱਠੀ, ਆਵਾਜ਼ ਉੱਠੀ, ਲੋਕਾਂ ਨੇ ਬੜੀ ਪੁਖਤਾ ਤਰੀਕੇ ਦੇ ਨਾਲ ਆਵਾਜ਼ ਆਪਣੀ ਬੁਲੰਦ ਕੀਤੀ। ਪਰ ਪਿਛਲੇ ਸਮੇਂ ਦੇ ਫਿਰ ਅਸੀਂ ਦੇਖ ਲਿਆ ਕਿਸਾਨ ਸਮਝ ਕੇ ਫਿਰ ਮਿਲਿਆ-ਜੁਲਿਆ ਹੰਗਾਰਾ ਜਿਹੜਾ ਇਹਨਾਂ ਗੱਲਾਂ ਨੂੰ ਆਉਣ ਲੱਗ ਜਾਂਦਾ। ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਚੋਣਾਂ ਦੇ ਵਿੱਚ ਖਲੋ ਗਈਆਂ। ਜਿਹੜੀਆਂ ਕਿਸਾਨ ਜਥੇਬੰਦੀਆਂ ਪੰਜਾਬ ਨੂੰ ਔਰ ਦੇਸ਼ ਨੂੰ ਲੀਡ ਕਰਦੀਆਂ ਰਹੀਆਂ ਵੱਖ-ਵੱਖ ਅੰਦੋਲਨ ਦੇ ਵਿੱਚ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਕੇਂਦਰ ਨੇ ਕਾਲੇ ਕਾਨੂੰਨ ਬਣਾਏ ਆ, ਕਿਸਾਨੀ ਮਾਰ ਦਿੱਤੀ ਜਾਵੇਗੀ। ਫਿਰ ਉਹਨਾਂ ਦਾ ਕੋਈ ਵੀ ਇੱਕ ਕੈਂਡੀਡੇਟ ਵੀ ਪੰਜਾਬ ਦੇ ਲੋਕਾਂ ਨੇ ਜਿਤਾਇਆ ਨਹੀਂ ਚੋਣਾਂ ਦੇ ਵਿੱਚ। ਫਿਰ ਇੱਥੋਂ ਵੀ ਸਮਝਣ, ਸੋਚਣ ਵਾਲੀ ਗੱਲ ਹੁੰਦੀ ਹੈ ਕਿ ਕਈ ਵਾਰੀ ਕਹਿਣ ਵਾਲੀਆਂ ਗੱਲਾਂ ਹੋਰ ਹੁੰਦੀਆਂ। ਤੁਸੀਂ ਅੱਗੇ ਦੇਖ ਲਓ, ਪੁਰਾਣੇ ਸਮੇਂ ਦੇ ਵਿੱਚ ਦੇਖ ਲਓ, ਜਿਸ ਪਾਰਟੀ ਦੇ ਉੱਤੇ ਇਹ ਆਰੋਪ ਲੱਗਦੇ ਨੇ, ਇਹ ਕਿਹਾ ਜਾਂਦਾ ਕਿ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਦੇ ਲੀਡਰ ਨੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਐਡਾ ਵੱਡਾ ਹਮਲਾ ਕਰਾਇਆ ਸੀ, ਸਿੱਖੀ ਦੇ ਘਾਣ ਦੀ ਗੱਲ ਕੀਤੀ ਸੀ, ਹਿਊਮਨ ਰਾਈਟਸ ਵਾਇਓਲੇਸ਼ਨ ਦੀ ਗੱਲ ਕੀਤੀ ਸੀ ਤੇ ਉਸੇ ਸ਼ਹਿਰ ਦੇ ਵਿੱਚ ਹੀ ਉਸੇ ਪਾਰਟੀ ਦਾ ਹੀ ਇੱਕ ਮੈਂਬਰ ਪਾਰਲੀਮੈਂਟ 6 ਵਾਰ ਇਲੈਕਸ਼ਨ ਜਿੱਤ ਜੀ। ਜਾਂਦਾ। ਇਸ ਕਰਕੇ ਕਈ ਵਾਰੀ ਕਹਿਣੀ ਕਤਰੀ ਦੇ ਵਿੱਚ ਫ਼ਰਕ ਆ ਜਾਂਦਾ ਹੁੰਦਾ। ਲੀਡਰ ਸਮੇਂ ਦੇ ਹਾਲਾਤਾਂ ਦੇ ਔਰ ਟਾਈਮ ਦੇ ਨਾਲ-ਨਾਲ ਆਪਣੇ ਬਿਆਨਬਾਜ਼ੀਆਂ ਬਦਲਦੇ ਆ, ਆਪਣੀ ਸੋਚ ਬਦਲਦੇ ਆ। ਪਰ ਇੱਥੇ ਬੜੀ ਇੰਪੋਰਟੈਂਟ ਗੱਲ ਇਹ ਵੀ ਹੈਗੀ ਆ ਕਿ ਕੁਝ ਬੁੱਧੀਜੀਵੀ ਵਰਗ ਜਿਹੜੇ ਆਪਣੇ ਬੋਲਬਾਲੇ ਦੇ ਨਾਲ, ਆਪਣੀ ਬੋਲਬਾਣੀ ਦੇ ਨਾਲ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਦੇ ਨੇ। ਐਨਜੀਓਜ਼ ਨੇ, ਸਮਾਜ ਸੇਵੀ ਲੋਕ ਹੈਗੇ ਨੇ, ਸਮਾਜ ਸੇਵੀ ਸੰਸਥਾਵਾਂ ਹੈਗੀਆਂ ਜਿਹੜੇ ਲੋਕ ਭਲਾਈ ਦੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦੇ ਹੈਗੇ ਆ। ਔਰ ਬਹੁਤ ਸਾਰੇ ਏਦਾਂ ਦੇ ਬੁੱਧੀਜੀਵੀ ਇੰਟੈਲੈਕਚੁਅਲ ਥਿੰਕ ਟੈਂਕਸ ਹੈਗੇ ਆ ਜਿਹੜੇ ਸਰਕਾਰ ਉੱਤੇ ਵੱਖ-ਵੱਖ ਸਮੇਂ ਦੇ ਉੱਤੇ, ਅੱਜ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਮੀਡੀਆ ਦਾ ਯੁੱਗ ਹੈਗਾ, ਹਰ ਬੰਦਾ ਜਿਹੜਾ ਉਹਦੇ ਕੋਲ ਫ਼ੋਨ ਹੈਗਾ, ਇੰਟਰਨੈਟ ਹੈਗਾ, ਉਹ ਆਪਣੀ ਗੱਲ, ਆਪਣੀ ਵਿਚਾਰਧਾਰਾ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਸਮੇਂ ਦੇ ਉੱਤੇ ਕਹਿ ਸਕਦਾ ਹੈਗਾ। ਸੋ ਐਗਜ਼ੈਕਟਲੀ। ਇਸ ਕਰਕੇ ਆਮ ਆਵਾਮ ਇਸ ਕਰਕੇ ਬਹੁਤ ਜਾਗਰੂਕ ਹੋ ਗਈ। ਜਿਹੜੇ ਲੀਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਇਹ ਚੱਲੇ ਹੋਏ ਕਾਰਤੂਸ ਹੈਗੇ ਆ, ਉਹ ਅੱਜ ਜੇ ਇਹ ਗੱਲਾਂ ਕਰਦੇ ਨੇ ਕਿ ਜੀ ਇਹ ਸੈਸ਼ਨ ਹੋਣਾ ਚਾਹੀਦਾ, ਨੋ ਡਾਊਟ ਹੋਣਾ ਚਾਹੀਦਾ ਹੈਗਾ। ਵਿਰੋਧੀ ਧਿਰ ਦੀ ਵੀ ਬੜੀ ਇੱਕ ਰਿਸਪੈਕਟੇਬਲ ਸਟੇਟ ਹੁੰਦੀ ਆ ਦੇਸ਼ ਦੇ ਵਿੱਚ। ਪਰ ਇਹ ਵੀ ਵੇਖਣ ਵਾਲੀ ਗੱਲ ਹੁੰਦੀ ਹੈ ਜਦੋਂ ਉਹ ਆਪ ਇਕਤਿਦਾਰ ਦੇ ਵਿੱਚ ਹੁੰਦੇ ਨੇ, ਤਾਕਤ ਦੇ ਵਿੱਚ ਹੁੰਦੇ ਨੇ, ਸਰਕਾਰਾਂ ਦੇ ਵਿੱਚ ਹੁੰਦੇ ਨੇ, ਕੀ ਉਹਨਾਂ ਨੇ ਉਸ ਵੇਲੇ ਕੋਈ ਅਜਿਹੇ ਕਦਮ ਉਠਾਏ ਜਿਹੜੇ ਲੋਕਾਂ ਨੂੰ ਵਾਕਈ ਜ਼ਮੀਨੀ ਪੱਧਰ ਦੇ ਉੱਤੇ ਕੋਈ ਰਾਹਤ ਫਰਾਹਮ ਕਰ ਸਕੇ ਹੋਣ, ਲੋਕਾਂ ਨੂੰ ਫਾਇਦਾ ਪਹੁੰਚਾ ਸਕੇ ਹੋਣ। ਅੱਜ ਵਿਰੋਧੀ ਧਿਰ ਦੇ ਵਿੱਚ ਬੈਠੇ ਆ, ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ, ਕੋਈ ਉਹਨਾਂ ਨੇ ਆਪ ਵੀ ਅਜਿਹੇ ਕੰਮ ਨਹੀਂ ਕੀਤੇ ਜਿਹੜੇ ਲੋਕ ਹੱਥ ਖੜਾ ਕਰਕੇ ਕਹਿ ਦੇਣ ਵੀ ਬਹੁਤ ਸੁਖਾਵੇਂ ਮਾਹੌਲ ਦੇ ਵਿੱਚ ਇਹਨਾਂ ਨੇ ਸਾਰੀਆਂ ਗੱਲਾਂ ਜੀ ਜੀ ਜੀ। ਕੀਤੀਆਂ ਸੀ। ਇਹ ਜਦੋਂ ਆਪ ਤਾਕਤ ਦੇ ਵਿੱਚ ਸੀ ਉਦੋਂ ਹੀ ਏਦਾਂ ਦੇ ਪ੍ਰਦਰਸ਼ਨ ਹੁੰਦੇ ਸੀ, ਲਾਠੀ ਚਾਰਜ ਹੁੰਦੇ ਸੀ, ਲੋਕਾਂ ਨੂੰ ਜੇਲ੍ਹਾਂ 'ਚ ਸੁੱਟਿਆ ਜਾਂਦਾ ਸੀ। ਸੋ ਇਸ ਕਰਕੇ ਇਹਨਾਂ ਲੋਕਾਂ ਦਾ ਇਹ ਕਹਿਣਾ ਵਾਜਬ ਵੀ ਹੁੰਦਾ ਹੈ, ਜੈਨੂਇਨ ਵੀ ਹੁੰਦਾ ਹੈ, ਹੋਣੀ ਵੀ ਚਾਹੀਦੀ ਹੈ ਕਿ ਵਿਰੋਧੀ ਧਿਰ ਦੀ ਇੱਕ ਪ੍ਰੋਪਰ ਪੋਜੀਸ਼ਨ ਹੋਣੀ ਚਾਹੀਦੀ ਹੈ। ਪਰ ਜੇ ਵਿਰੋਧੀ ਧਿਰਾਂ ਦੇ ਲੀਡਰ ਜਾਂ ਸਰਕਾਰਾਂ ਦੇ ਲੀਡਰ ਕਿਸੇ ਨਾ ਕਿਸੇ ਕਰਪਸ਼ਨ ਦੇ ਵਿੱਚ ਮੁਬਤਲਾ ਰਹਿਣਗੇ, ਗ੍ਰਸਤ ਰਹਿਣਗੇ, ਘੁਟਾਲਿਆਂ ਦੇ ਵਿੱਚ ਉਹਨਾਂ ਦੇ ਨਾਮ ਆਉਣਗੇ, ਆਪਣੇ ਚਹੇਤਿਆਂ ਨੂੰ ਵੱਡੇ-ਵੱਡੇ ਅਹੁਦੇ ਦਿਵਾਉਣਗੇ ਤੇ ਫਿਰ ਸਾਨੂੰ ਸਮਝ ਆਉਂਦਾ ਕਿ ਇਹ ਅੱਜ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਨਹੀਂ ਹੈਗੇ ਕਿ ਇਹਨਾਂ ਦੀ ਗੱਲਾਂ ਦੇ ਉੱਤੇ ਆਮ ਆਵਾਮ, ਦੇਸ਼ ਦਾ ਆਵਾਮ ਜਿਹੜਾ ਉਹ ਇੰਨਾ ਵਜ਼ਨਦਾਰ ਇਹਨਾਂ ਨੂੰ ਗੱਲਾਂ ਨੂੰ ਸਮਝ ਸਕੇ। ਸੋ ਇਸੇ ਕਰਕੇ ਹੀ ਜਦੋਂ ਇਹਨਾਂ ਲੀਡਰਾਂ ਦੇ ਉੱਤੋਂ ਲੋਕਾਂ ਦਾ ਭਰੋਸਾ ਉੱਠਿਆ, ਫਿਰ ਲੋਕਾਂ ਨੇ ਸੋਸ਼ਲ ਮੀਡੀਆ ਦੇ ਥਰੂ ਆਪਣੀ ਇੰਟੈਲੈਕਚੁਅਲ ਜਿਹੜੇ ਥਿੰਕ ਟੈਂਕਸ ਹੈਗੇ ਆ, ਉਹਨਾਂ ਨੇ ਆਪਣੀ ਬੋਲਬਾਣੀ ਦੇ ਥਰੂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ, ਚੈਨਲਸ ਦੇ ਉੱਤੇ ਵੱਖ-ਵੱਖ ਗੱਲਾਂ ਜਿਹੜੀਆਂ ਦੇਸ਼ ਹਿੱਤ ਵਿੱਚ ਕੀਤੀਆਂ, ਪਾਲਿਸੀਜ਼ ਦੇ ਉੱਤੇ ਗੱਲ ਕੀਤੀ ਆ, ਇਕਨੋਮਿਕ ਪਾਲਿਸੀਜ਼ ਤੇ ਗੱਲ ਕੀਤੀਆਂ, ਕਿਸ ਤਰ੍ਹਾਂ ਦੇਸ਼ ਦੇ ਵਿੱਚ ਜਿਹੜੇ ਮਾਫੀਆਜ਼ ਚੱਲ ਰਹੇ ਆ, ਉਹਨਾਂ ਦੇ ਉੱਤੇ ਜੀ ਜੀ। ਗੱਲਾਂ ਕੀਤੀਆਂ। ਸੋ ਇਸ ਕਰਕੇ ਆਮ ਆਵਾਮ ਅੱਜ ਇਹਨਾਂ ਲੀਡਰਾਂ ਨੂੰ ਸਵਾਲ ਪੁੱਛਣ ਲੱਗ ਗਈ। ਆਮ ਆਵਾਮ ਇਹਨਾਂ ਨੂੰ ਰੋ ਕੇ ਹਰ ਗੱਲ ਸਵਾਲ ਜਿਹੜੀ ਪੁੱਛਦੀ ਹੈਗੀ ਆ, ਜਵਾਬ ਮੰਗਦੀ ਹੈਗੀ ਆ। ਇੱਥੋਂ ਸਿੱਧਾ-ਸਿੱਧਾ ਸਮਝ ਆਉਂਦਾ ਕਿ ਜਿਹੜੀਆਂ ਜਵਾਬਦੇਹੀਆਂ
ਇਹਨਾਂ ਲੀਡਰਾਂ ਨੇ ਕਰਨੀਆਂ ਸੀ, ਉਹ ਆਪਣੀ ਡਿਊਟੀ ਨੂੰ ਬੜੇ ਅੱਛੇ ਤਰੀਕੇ ਨਾਲ ਅੰਜਾਮ ਨਹੀਂ ਦੇ ਸਕੇ, ਪਰ ਅੰਜਾਮ ਨਹੀਂ ਪਹੁੰਚਾ ਸਕੇ ਤੇ ਫਿਰ ਉਹਨਾਂ ਦੀ ਹੀ ਜਿਹੜੀ ਤਾਕਤ ਆ ਆਮ ਲੋਕਾਂ ਨੇ ਹਾਸਲ ਕੀਤੀ ਔਰ ਲੋਕਾਂ ਨੇ ਹੀ ਫਿਰ ਇਹਨਾਂ ਦੀ ਜਗ੍ਹਾ ਲੈ ਕੇ ਆਪ ਜਵਾਬਦੇਹੀਆਂ ਜਿਹੜੀਆਂ ਉਹਨਾਂ ਕੋਲ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਜੀ ਕਰਕੇ ਹੀ ਕਿਤੇ ਕੋਈ ਮੁੱਦਾ ਉੱਠਦਾ ਹੈ, ਵਿਰੋਧ ਹੁੰਦਾ ਹੈ, ਮੀਡੀਆ ਦੇ ਵਿੱਚ ਆਉਂਦਾ, ਲੋਕ ਧਰਨੇ ਪ੍ਰਦਰਸ਼ਨ ਕਰਦੇ ਆ, ਲੋਕ ਆਪਣੇ ਹੱਕਾਂ ਦੀ ਡਿਮਾਂਡ ਵੀ ਕਰਦੇ ਆ। ਸੋ ਇਸ ਜੀ ਕਰਕੇ ਜੇ ਵਿਰੋਧੀ ਧਿਰਾਂ ਕਮਜ਼ੋਰ ਹੋਣਗੀਆਂ ਤੇ ਆਮ ਆਵਾਮ ਫਿਰ ਅੱਜ ਦੇ ਸਮੇਂ ਦੇ ਵਿੱਚ ਮਾਡਰਨ ਯੁੱਗ ਦੇ ਵਿੱਚ ਆਪ ਉੱਠ ਕੇ ਖੜੀ ਹੋ ਗਈ ਹੈ। ਆਮ ਆਵਾਮ ਅੱਜ ਸਵਾਲ ਪੁੱਛਣਾ ਇਹਨਾਂ ਲੀਡਰਾਂ ਨੂੰ ਜਾਣਦੀ ਹੈ। ਜੀ ਪਵਨ ਜੀ, ਇੱਕ ਪੁਆਇੰਟ ਆ, ਮਾਹਿਰ ਮੰਨਦੇ ਨੇ, ਲੋਕ ਵੀ ਕਹਿੰਦੇ ਨੇ, ਅਸੀਂ ਅਕਸਰ ਕਹਿੰਦੇ ਸੁਣਦੇ ਹਾਂ ਕਿ ਬੀਜੇਪੀ ਗਵਰਨਮੈਂਟ ਜੋ ਹੈ ਉਹ ਸਟੇਟ ਗਵਰਨਮੈਂਟਸ ਜਿਹੜੀਆਂ ਬਾਕੀ ਬੈਠੀਆਂ ਨੇ, ਉੱਥੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਉਹਨਾਂ ਨੂੰ ਸਪੋਰਟ ਕਰਦੀ ਹੈ ਤੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਹੈ ਉਹਨਾਂ ਨੂੰ ਸਪੋਰਟ ਨਹੀਂ ਕਰਦੀ। ਤੇ ਕਈ ਵਾਰ ਇਹ ਵੀ ਹੋ ਜਾਂਦਾ ਹੈ ਕਿ ਉਹ ਦੂਜੀ ਪਾਰਟੀ ਦੀ ਜਿਹੜੀ ਗਵਰਨਮੈਂਟ ਬੈਠੀ ਹੈ ਉਹਨੂੰ ਤੰਗ ਕਰਨ ਦੇ ਵਿੱਚ ਜਾਂ ਉਹਨੂੰ ਗਿਰਾਉਣ ਦੇ ਵਿੱਚ ਵੀ ਕੁਝ ਚਾਲਾਂ ਚੱਲਦੀ ਹੈ। ਇਜ਼ ਇਟ ਰਾਈਟ ਕਿ ਇਹ ਐਕਸਪਰਟ ਸਿਰਫ ਵੈਸੇ ਹੀ ਪ੍ਰੋਪੇਗੈਂਡਾ ਹੈ? ਇਹ ਸਹੀ ਗੱਲ ਹੁੰਦੀ ਆ ਜਦੋਂ ਵੀ ਕੋਈ ਇੱਕ ਪਾਰਟੀ ਤਾਕਤ ਦੇ ਵਿੱਚ ਹੁੰਦੀ ਆ, ਉਹਨਾਂ ਕੋਲ ਬਹੁਤ ਬਹੁਮਤ ਹੁੰਦੀ ਆ, ਪੈਸਾ ਹੁੰਦਾ ਹੈ, ਆਈਟੀ ਵਿੰਗਸ ਹੁੰਦੇ ਆ, ਬਹੁਤ ਸਾਰਾ ਮਸ਼ੀਨਰੀ ਹੁੰਦੀ ਆ, ਸਿਸਟਮ ਹੁੰਦਾ, ਪੂਰੀ ਤਾਕਤ ਉਹਨਾਂ ਦੇ ਕੋਲ ਹੁੰਦੀ ਆ। ਫਿਰ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਬਹੁਤ ਬਿਹਤਰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਸਰਕਾਰ ਉਹਨਾਂ ਸੂਬਿਆਂ ਦੇ ਵਿੱਚ ਵੀ ਬਣੇ। ਪਰ ਸੰਜੀਵ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਆ ਕਿ ਜਿਹੜੇ ਸਰਕਾਰਾਂ ਬਣਾਉਂਦੇ ਆ, ਸਰਕਾਰਾਂ ਦੇ ਵਿੱਚ ਆਉਂਦੇ ਨੇ, ਵੱਡੇ-ਵੱਡੇ ਅਹੁਦੇ ਲੈਂਦੇ ਨੇ, ਹੈ ਉਹ ਸਾਡੀ ਆਵਾਮ ਚੋਂ ਨਿਕਲੇ ਹੋਏ ਲੋਕ, ਸਾਡੇ ਜੀ ਦੇਸ਼ ਦੇ ਵਾਸੀ ਹੀ ਨੇ ਉਹ। ਸੋ ਕਿਸ ਤਰ੍ਹਾਂ ਦਾ ਟੈਂਪਰਾਮੈਂਟ ਉਹਨਾਂ ਲੋਕਾਂ ਦਾ ਹੈਗਾ, ਸਾਡੇ ਲੋਕਾਂ ਦਾ ਹੈਗਾ, ਕਿਸ ਤਰ੍ਹਾਂ ਦੀ ਸਾਡੀ ਸੋਚ ਹੈਗੀ ਆ। ਜਿਹੜੇ ਲੀਡਰ ਜੇ ਵਿਕਦੇ ਨੇ, ਜੇ ਉਹ ਹਾਰਸ ਟ੍ਰੇਡਿੰਗ ਦੇ ਵਿੱਚ ਆ ਕੇ ਸ਼ਮੂਲੀਅਤ ਕਰ ਲੈਂਦੇ ਨੇ, ਜ਼ਿਆਦਾ ਪੈਸੇ ਲੈ ਕੇ ਕਿਸੇ ਨੂੰ ਸਮਰਥਨ ਕਰਦੇ ਨੇ, ਫਿਰ ਪਾਰਟੀਆਂ ਉਹਨਾਂ ਨੂੰ ਕੱਢਦੀਆਂ ਕਿਉਂ ਨਹੀਂ? ਜੇ ਪਾਰਟੀਆਂ ਨਹੀਂ ਕੱਢਦੀਆਂ ਫਿਰ ਚੋਣਾਂ ਦੇ ਵਿੱਚ ਖੜ੍ਹੀਆਂ ਕਰਦੀਆਂ ਤੇ ਆਮ ਆਵਾਮ ਫਿਰ ਉਹਨਾਂ ਨੂੰ ਦੁਬਾਰਾ ਜਿਤਾਉਂਦੀ ਕਿਉਂ ਹੈ? ਆਵਾਮ ਨੂੰ ਏਦਾਂ ਦੇ ਲੋਟੇ ਲੀਡਰ, ਇਹਨਾਂ ਨੂੰ ਟੈਕਨੀਕਲ ਵਰਡਸ ਜਿਹੜੇ ਹੈਗੇ ਉਹਨਾਂ ਨੂੰ ਲੋਟਾ ਕਿਹਾ ਜਾਂਦਾ, ਜਿਹੜੇ ਕਿਸੇ ਵੀ ਪਾਸੇ ਹੋ ਜਾਂਦੇ ਆ, ਆਪਣਾ ਮਫਾਦ ਵੇਖ ਕੇ, ਫਾਇਦਾ ਵੇਖ ਕੇ, ਜਿੱਤ ਵੇਖ ਕੇ, ਤੇ ਫਿਰ ਉਹਨਾਂ ਲੀਡਰਾਂ ਨੂੰ ਨਕਾਰ ਦੇਣਾ ਚਾਹੀਦਾ। ਆਮ ਆਵਾਮ ਨੂੰ ਉਹਨਾਂ ਲੀਡਰਾਂ ਨੂੰ ਹਰਾ ਦੇਣਾ ਚਾਹੀਦਾ ਪੂਰੀ ਤਰ੍ਹਾਂ। ਸੋ ਇਸ ਕਰਕੇ ਪਾਰਟੀਆਂ ਦਾ ਇਹ ਆਪਣੇ ਸਾਮ, ਦਾਮ, ਦੰਡ ਭੇਦ ਉਹਨਾਂ ਨੇ ਲਾਉਣੇ ਹੁੰਦੇ ਆ ਤਾਂ ਕਿ ਉਹ ਆਪਣੀ ਸਰਕਾਰ ਨੂੰ, ਆਪਣੀ ਪਾਰਟੀ ਨੂੰ ਮਜ਼ਬੂਤ ਕਰ ਸਕਣ ਔਰ ਜਿਹੜਾ ਫੈਡਰਲ ਢਾਂਚਾ ਹੈਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਦੇਖਿਆ, ਇਹ ਨੋ ਡਾਊਟ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਫੈਡਰਲ ਢਾਂਚੇ ਨੂੰ ਬਹੁਤ ਵੱਡੀ ਸਮੇਂ-ਸਮੇਂ ਸਿਰ ਸੱਟ ਪਹੁੰਚਾਈ ਹੈ। ਚਾਹੇ ਉਹ ਬੀਬੀਐਮਬੀ ਦਾ ਮੁੱਦਾ ਹੋਵੇ, ਜੀ ਚਾਹੇ ਚੰਡੀਗੜ੍ਹ ਸਰਵਿਸ ਰੂਲਸ ਦਾ ਮੁੱਦਾ ਹੋਵੇ, ਚਾਹੇ ਬਾਰਡਰ ਏਰੀਆਜ਼ ਦੇ ਵਿੱਚ ਲਿਮਿਟੇਸ਼ਨ ਬੀਐਸਐਫ ਦੀ ਵਧਾਉਣ ਦੀ ਗੱਲ ਹੋਵੇ, ਜਿੱਥੇ ਪੰਜਾਬ ਦੇ ਲੀਡਰਾਂ ਦੀ, ਪੰਜਾਬ ਦੇ ਲੋਕਾਂ ਦੀ ਰਾਏ ਨਹੀਂ ਲਈ ਗਈ। ਔਰ ਫਿਰ ਇਹ ਗੱਲ ਆ ਜਾਂਦੀ ਆ ਕਿ ਹਰਿਆਣਾ ਨੂੰ ਵੀ ਪੰਜਾਬ ਚੰਡੀਗੜ੍ਹ ਦੇ ਵਿੱਚ, ਜੋ ਕਿ ਬੜੀ ਪੁਖਤਾ ਤਰੀਕੇ ਨਾਲ ਪੰਜਾਬ ਦਾ ਹਿੱਸਾ ਹੈਗਾ, ਪੰਜਾਬ ਦਾ ਚੰਡੀਗੜ੍ਹ ਹੈਗਾ, ਉੱਥੇ ਵਿਧਾਨ ਸਭਾ ਬਣਾਉਣ ਦੀ ਗੱਲ ਕੀਤੀ ਗਈ। ਇਸ ਤਰੀਕੇ ਦੇ ਨਾਲ ਸਰਕਾਰਾਂ ਆਪਣੀ ਤਾਕਤ ਨੂੰ ਇਸਤੇਮਾਲ ਦੇ ਵਿੱਚ ਲਿਆਉਂਦੇ ਹੋਏ ਸਮੇਂ-ਸਮੇਂ ਸਿਰ ਜਿਹੜਾ ਫੈਡਰਲ ਢਾਂਚਾ ਹੁੰਦਾ ਉਹਦੇ ਉੱਤੇ ਸੱਟ ਜ਼ਰੂਰ ਮਾਰਦੀਆਂ ਹੈਗੀਆਂ, ਵੱਜੀ ਵੀ ਹੈਗੀ ਆ। ਇਸੇ ਕਰਕੇ ਤੁਸੀਂ ਦੇਖ ਲਓ ਕਿ ਜਿਹੜੇ ਦੂਸਰੇ ਸੂਬੇ ਨੇ ਉਹਨਾਂ ਦੀ ਤਰੱਕੀ ਦੇ ਆਵਾਮ ਸਮਝ ਸਕਦੇ ਹੋ ਕਿ ਕੀ ਹੈਗੇ ਨੇ, ਔਰ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਗੈਂਗਸਟਰਿਜ਼ਮ ਨਾਲ ਜੂਝ ਰਹੇ ਹਾਂ, ਡਰੱਗਸ ਦੇ ਨਾਲ ਜੂਝ ਰਹੇ ਹਾਂ, ਲੈਂਡ ਮਾਫੀਆ ਦੇ ਨਾਲ ਜੂਝ ਰਹੇ ਹਾਂ ਔਰ ਜਿੰਨੇ ਵੀ ਵੱਡੇ ਮਾਫੀਆਸ ਹੈਗੇ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੇ ਹੈਗੇ ਆ। ਸੋ ਬਾਕੀ ਜੀ ਸੂਬੇ ਤਰੱਕੀ ਵੱਲ ਜਾ ਰਹੇ ਆ ਔਰ ਪੰਜਾਬ ਡਿਕਲਾਈਨ ਵੱਲ ਜਾ ਰਿਹਾ, ਜਿੱਥੋਂ ਲੋਕ ਬ੍ਰੇਨ ਡਰੇਨ ਹੋ ਰਹੇ ਨੇ, ਨਵਾਂ ਯੂਥ ਦੇਸ਼ ਛੱਡ ਕੇ ਭੱਜ ਰਿਹਾ ਹੈਗਾ, ਪੰਜਾਬ ਦੇ ਪਿੰਡ ਜਿਹੜੇ ਉਹ ਖਾਲੀ ਹੋ ਰਹੇ ਹੈਗੇ ਆ। ਸੋ ਇੱਥੋਂ ਸਾਨੂੰ ਕਲੀਅਰ ਸਮਝ ਆਉਂਦਾ ਕਿ ਸੈਂਟਰ ਗਵਰਨਮੈਂਟ ਦੀਆਂ, ਕੇਂਦਰ ਸਰਕਾਰਾਂ ਦੀਆਂ ਕੀ ਸਾਜ਼ਿਸ਼ਾਂ, ਕੀ ਸੋਚਾਂ ਔਰ ਕੀ ਕਾਰਕਰਦਗੀਆਂ ਹੈਗੀਆਂ ਸੂਬਿਆਂ ਨੂੰ ਬਚਾਉਣ ਲਈ। ਸੋ ਪਵਨ ਜੀ, ਇੱਥੇ ਇੱਕ ਸਵਾਲ ਪੈਦਾ ਹੁੰਦਾ, ਇੱਕ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਵੀ ਸੋਚਦਾ ਹਾਂ, ਤੁਸੀਂ ਵੀ ਸੋਚੋਗੇ ਕਿ ਜੇ ਇਸ ਤਰ੍ਹਾਂ ਹੀ ਚੱਲਣਾ ਹੈ ਕਿ ਤੁਸੀਂ ਗਵਰਨਮੈਂਟ ਕਿਵੇਂ ਡਿਗਾਉਣੀ, ਕਿਉਂਕਿ ਆਪਾਂ ਦੇਖਿਆ ਕਿ ਮਹਾਰਾਸ਼ਟਰ ਦੇ ਵਿੱਚ ਪਿੱਛੇ ਜਿਹੇ ਹਾਈ ਵੋਲਟੇਜ ਡਰਾਮਾ ਹੋਇਆ, ਪੋਲੀਟੀਕਲ ਡਰਾਮਾ, ਤੇ ਉੱਥੇ ਕੀ ਹਾਲਾਤ ਬਣੇ ਤੇ ਇਸ ਵਕਤ ਕੀ ਹਾਲਾਤ ਨੇ ਅਸੀਂ ਸਾਰੇ ਜਾਣਦੇ ਹਾਂ। ਸੋ ਜੇ ਇਦਾਂ ਹੀ ਚੱਲਣਾ ਹੈ ਤੇ ਫਿਰ ਭਾਰਤ ਨੂੰ ਅਸੀਂ ਬਣਾਉਣਾ ਕਿਵੇਂ ਹੈ, ਸੂਬਿਆਂ ਨੂੰ ਅਸੀਂ ਬਣਾਉਣਾ ਕਿਵੇਂ ਹੈ, ਦੇਸ਼ ਨੂੰ ਅਸੀਂ ਜੋੜਨਾ ਕਿਵੇਂ ਹੈ? ਜੇ ਅਸੀਂ ਆਪ ਹੀ ਤੋੜਨ ਦੇ ਕੰਮ ਕਰਨੇ ਨੇ ਤੇ ਫਿਰ ਇਹ ਕੰਮ ਚੱਲੂ ਕਿਵੇਂ, ਅੱਗੇ ਕਿਵੇਂ ਵਧੂਗਾ? ਜੇ ਉਹ ਅਸੀਂ ਕਹਿੰਦੇ ਹਾਂ ਕਿ ਸਬਕਾ ਸਾਥ ਸਬਕਾ ਵਿਕਾਸ, ਇਹ ਸਬਕਾ ਸਾਥ ਕਿਵੇਂ ਹੋਏਗਾ, ਸਭ ਦਾ ਵਿਕਾਸ ਕਿਵੇਂ ਹੋਏਗਾ ਜੇ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਖੇਡਣੀ ਹੈ ਕਿ ਹਰ ਥਾਂ ਦੇ ਉੱਤੇ ਅਸੀਂ ਬੀਜੇਪੀ ਦੀ ਗਵਰਨਮੈਂਟ ਬਣਾਉਣ ਵਾਸਤੇ ਕਿਸੇ ਵੀ ਸੂਬੇ ਨੂੰ ਤੰਗ ਕਰੀਏ ਜੋ ਬੀਜੇਪੀ ਦੀ ਗਵਰਨਮੈਂਟ ਵਾਲਾ ਨਹੀਂ ਹੈ? ਤਾਂ ਫਿਰ ਕਿੱਦਾਂ ਚੱਲੂ ਕੰਮ, ਭਾਰਤ ਕਿਵੇਂ ਕੰਮ ਕਰੂਗਾ? ਇਹੀ ਤੇ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਤਾਕਤ ਇਹੀ ਹੁੰਦੀ ਆ ਕਿ ਜਿਹੜੀਆਂ ਕੁਝ ਫਲੈਕਸੀਬਿਲਿਟੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਹੈਗੀਆਂ, ਐਂਟੀ ਡਿਫੈਕਸ਼ਨ ਲਾਅ ਵੀ ਬਣਿਆ ਹੈਗਾ, ਕਾਨੂੰਨ ਦਾ ਅਮਲ ਦਰਾਮਦ ਵੀ ਹੁੰਦਾ ਹੈਗਾ, ਕਿਤੇ ਐਂਟੀ ਡਿਫੈਕਸ਼ਨ ਹੁੰਦੀ ਆ, ਪਾਰਟੀਆਂ ਦੀ ਫੇਰ ਬਦਲ ਹੁੰਦੀ ਆ ਤੇ ਉਹ ਵੀ ਇਨ ਟਰਮਸ ਆਫ ਟੈਕਨੀਕਲ ਟਰਮਸ ਦੇ ਵਿੱਚ ਕਿਤੇ ਨਾ ਕਿਤੇ ਵੈਲਿਡ ਹੁੰਦਾ। ਬਹੁਤ ਸਾਰੇ ਲੀਡਰਾਂ ਦੀ ਇਹਦੇ ਤੇ ਸਦੱਸਤਾ ਵੀ ਰੱਦ ਹੁੰਦੀ ਹੈਗੀ ਆ, ਪਰ ਜਦੋਂ ਮਾਸ ਬਲਕ ਦੇ ਵਿੱਚ ਲੀਡਰ ਇੱਧਰ ਤੋਂ ਉੱਧਰ ਸ਼ਿਫਟ ਹੁੰਦੇ ਨੇ ਤੇ ਫਿਰ ਸਾਰਾ ਸਿਨੈਰੀਓ ਹੋਰ ਬਣ ਜਾਂਦਾ। ਸੋ ਇਸ ਕਰਕੇ ਜਦੋਂ
ਸੂਬਿਆਂ ਦੇ ਹਾਲਾਤ ਵੱਖਰੇ ਬਣਦੇ ਆ, ਰਾਜਨੀਤਿਕ ਸਿਸਟਮ ਵੱਖਰਾ ਬਣਦਾ ਹੈ, ਲੀਡਰਾਂ ਦੀ ਚਾਹਤ ਵੱਧਦੀ ਜਾਂਦੀ ਹੁੰਦੀ ਹੈ। ਕਈ ਵਾਰ ਕਿਸੇ ਇੱਕ ਲੀਡਰ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ। ਪੰਜਾਬ ਦੀ ਜੇ ਅਸੀਂ ਗੱਲ ਕਰ ਲਈਏ, ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਔਰ ਅੱਜ ਜਿਹੜੀ ਆਵਾਮ ਦੇ ਵਿੱਚ ਆਮ ਗੱਲ ਜਿਹੜੀ ਚੱਲ ਰਹੀ ਹੈਗੀ ਆ ਕਿ ਰਬਰ ਸਟੈਂਪ ਵਾਂਗੂ ਕੰਮ ਕਰ ਰਿਹਾ। ਕੇਜਰੀਵਾਲ ਨੇ ਆਪਣਾ ਦਿੱਲੀ ਤੋਂ ਆਪਣਾ ਚਹੇਤਾ ਜਿਹੜਾ ਨੂੰ ਚੀਫ ਸੈਕਟਰੀ ਬਣਾ ਦਿੱਤਾ। ਫਿਰ ਰਾਘਵ ਚੱਡਾ ਨੂੰ ਇੱਕ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ, ਜਿਹੜੀ ਸਲਾਹ ਦੇਗੀ ਪੰਜਾਬ ਸਰਕਾਰ ਨੂੰ। ਸੋ ਏਦਾਂ ਦੇ ਬਾਹਰੋਂ ਜਿਹੜੇ ਰਾਜ ਸਭਾ ਦੇ ਮੈਂਬਰ ਲਿਆ ਕੇ ਐਡਜਸਟ ਕੀਤੇ ਗਏ। ਸੋ ਏਦਾਂ ਜਦੋਂ ਫਿਰ ਇਨਫਿਲਟ੍ਰੇਸ਼ਨ ਹੁੰਦੀ ਹੈ, ਫਿਰ ਸਮਾਂ ਬਦਲਦਾ, ਫਿਰ ਪਾਰਟੀਆਂ ਬਹਾਨੇ ਲਾ ਕੇ ਲੀਡਰਾਂ ਨੂੰ ਉਹਨਾਂ ਦੀ ਗੱਦੀ ਤੋਂ ਉਹਨਾਂ ਨੂੰ ਉਠਾ ਦਿੰਦੀਆਂ ਔਰ ਤਖ਼ਤਾ ਪਲਟ ਕਰ ਦਿੰਦੀਆਂ ਹੈਗੀਆਂ। ਇਸੇ ਤਰੀਕੇ ਨਾਲ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ 7-8 ਮਹੀਨੇ ਰਹੇਗਾ। ਜਦੋਂ ਕਿਤੇ ਨਾ ਕਿਤੇ ਅੰਦਰੋਂ ਸੁਗਬੁਗਾਹਟ ਹੁੰਦੀ ਹੈ ਇਹਨਾਂ ਗੱਲਾਂ ਦੀ, ਸਾਜ਼ਿਸ਼ਾਂ ਦੀ, ਰਬਰ ਸਟੈਂਪ ਬਣਾਉਣ ਦੀ। ਇਸੇ ਤਰੀਕੇ ਨਾਲ ਤੁਸੀਂ ਮਹਾਰਾਸ਼ਟਰ ਦੀ ਗੱਲ ਕੀਤੀ। ਫਿਰ ਜਦੋਂ ਇੱਕ ਲੀਡਰ ਬਣਦਾ ਹੈਗਾ, ਹਾਲਾਤ ਬਦਲਦੇ ਆ, ਤੌਰ ਤਰੀਕੇ ਬਦਲਦੇ ਆ, ਜਿਹੜੇ ਉਹਨਾਂ ਦੇ ਥੱਲੇ ਲੀਡਰ ਹੁੰਦੇ ਆ, ਉਹਨਾਂ ਦੀ ਜਿਹੜੀ ਐਕਸਪੈਕਟੇਸ਼ਨਸ ਵੱਧਦੀਆਂ ਹੈਗੀਆਂ, ਉਹਨਾਂ ਦਾ ਲਾਲਚ ਵੱਧਦਾ ਹੈਗਾ। ਫਿਰ ਉਹ ਦੂਸਰੀ ਪਾਰਟੀਆਂ ਦੇ ਨਾਲ ਚੁੱਪ-ਚੁਪੀਤੇ ਸਾਂਠ-ਗਾਂਠ ਕਰਦੇ ਆ, ਸਰਕਾਰਾਂ ਸੁੱਟਦੇ ਆ, ਫਿਰ ਨਵੇਂ ਮੁੱਖ ਮੰਤਰੀ ਬਣਦੇ ਆ। ਇਹੀ ਤੇ ਰਾਜਨੀਤੀ ਦਾ ਜਿਹੜਾ ਇਤਿਹਾਸ ਅਸੀਂ ਦੇਖ ਲਈਏ ਤੇ ਆਪਣੇ ਦੇਸ਼ ਦਾ ਮੁਗਲਾਂ ਦੇ ਦੌਰ ਤੋਂ ਲੈ ਕੇ ਜੀ ਹਿਸਟੋਰੀਕਲ ਸਿਸਟਮ ਦੇ ਵਿੱਚ ਦੇਖ ਲਈਏ ਤੇ ਇਹੋ ਹੀ ਹੁੰਦਾ ਆ। ਪਰਿਵਾਰਾਂ ਦੇ ਵਿੱਚ ਪਾੜ ਪੈਂਦੇ ਰਹੇ, ਫਿੱਕ ਪੈਂਦੀ ਰਹੀ, ਪਰਿਵਾਰਾਂ ਦੇ ਜੀਅ ਇੱਕ ਦੂਸਰੇ ਨੂੰ ਮਾਰ ਕੇ ਰਾਜ ਹਾਸਲ ਕਰਦੇ ਰਹੇ। ਇਹੋ ਹੀ ਰਾਜਨੀਤੀ ਜਿਹੜੀ ਆ ਉਹਦਾ ਜਿਹੜਾ ਬੈਡ ਪਾਰਟ ਅਸੀਂ ਕਹਿ ਸਕਦੇ ਹਾਂ, ਮਾੜਾ ਅੰਗ ਕਹਿ ਸਕਦੇ ਹਾਂ, ਜਿਹੜਾ ਆਮ ਆਵਾਮ ਨੂੰ, ਗਰੀਬ ਸ਼ਰੀਫ ਮਜ਼ਲੂਮ ਇਨਸਾਨ ਨੂੰ ਪਸੰਦ ਨਹੀਂ ਹੁੰਦਾ। ਇਸ ਕਰਕੇ ਹੀ ਆਮ ਆਵਾਮ ਇਹਨਾਂ ਗੱਲਾਂ ਤੋਂ ਦੂਰ ਰਹਿੰਦੀ ਹੈ। ਸੋ ਇਸ ਕਰਕੇ ਰਾਜਨੀਤੀ ਦੇ ਵਿੱਚ ਇੱਕ ਮਰਸੀਲੈਸ ਮੀਡੀਅਮ ਹੈਗਾ। ਕਿਸੇ ਨੂੰ ਵੀ ਥੱਲੇ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ। ਕਿਸੇ ਨੂੰ ਵੀ ਕਿਸ ਤਰੀਕੇ ਨਾਲ ਉਹਦਾ ਪੋਲੀਟੀਕਲ ਮਰਡਰ ਕਰਨਾ ਹੈਗਾ, ਉਹ ਤੇ ਗੁਰੇਜ਼ ਨਹੀਂ ਕਰਦੇ। ਕਿਸ ਤਰ੍ਹਾਂ ਕਰੈਕਟਰ ਅਸੈਸੀਨੇਸ਼ਨ ਕਰਨੀ, ਉਸ ਤੇ ਗੁਰੇਜ਼ ਨਹੀਂ ਕਰਦੇ। ਸੋ ਰਾਜਨੀਤਿਕ ਪਾਰਟੀਆਂ, ਕੋਈ ਵੀ ਪਾਰਟੀ ਜਿੱਥੇ ਜਿਹਦੀ ਆਵਾਜ਼ ਚੱਲਦੀ ਹੈ, ਉੱਥੇ ਉਹ ਜ਼ੋਰ ਲਗਾਉਂਦੀ ਹੈ, ਜੋ ਕਿ ਸਰਾਸਰ ਟੈਕਨੀਕਲੀ ਗਲਤ ਹੈਗਾ। ਲੋਕਾਂ ਦੇ ਮੈਂਡੇਟ ਦੇ ਨਾਲ ਧੋਖਾ ਹੈਗਾ। ਕਈ ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਸੀਟਾਂ ਜਿਹੜੀਆਂ ਲੋਕ ਜਿਹੜਾ ਵੋਟ ਕਿਸੇ ਪਾਰਟੀ ਨੂੰ ਕਰਦੇ ਆ, ਪਰ ਜੇ ਥੋੜੀ ਬਹੁਤੀ ਸੀਟਾਂ ਦਾ ਫਰਕ ਹੁੰਦਾ ਤੇ ਦੂਸਰੀ ਪਾਰਟੀ ਉਹਨਾਂ ਦੇ ਬੰਦੇ ਖਰੀਦ ਕੇ ਆਪਣਾ ਮੇਅਰ ਬਣਾ ਜਾਂਦੀ ਹੈ, ਜਿਵੇਂ ਚੰਡੀਗੜ੍ਹ ਦੇ ਵਿੱਚ ਵੀ ਹੋਇਆ। ਸਰਕਾਰਾਂ ਇਸ ਤਰ੍ਹਾਂ ਬਣਾ ਲਈਆਂ ਜਾਂਦੀਆਂ ਨੇ। ਸੋ ਫਿਰ ਆਲ ਇਨ ਆਲ ਇਹ ਲੋਕਾਂ ਦੇ ਮੈਂਡੇਟ, ਜਿਨ੍ਹਾਂ ਨੂੰ ਲੋਕ ਚੁਣਨਾ ਚਾਹੁੰਦੇ ਸੀ, ਜਿਨ੍ਹਾਂ ਦੀ ਲੋਕ ਸਰਕਾਰ ਬਣਾਉਣਾ ਚਾਹੁੰਦੇ ਸੀ, ਉਹਦੇ ਨਾਲ ਧੋਖਾ ਹੁੰਦਾ। ਸੋ ਇਸ ਕਰਕੇ ਇਹ ਤੁਹਾਡੀ ਗੱਲ ਬੜੀ ਵਾਜਿਬ ਹੈ ਕਿ ਇਹਨਾਂ ਲੀਡਰਾਂ ਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਸ਼ਰਮਸਾਰ ਹੋਣਾ ਚਾਹੀਦਾ। ਇਹ ਪੁਰਾਣੇ ਸਮੇਂ ਨਹੀਂ ਰਹਿ ਗਏ, ਅੱਜ ਕੰਟੈਂਪਰੇਰੀ ਮਾਡਰਨ ਯੁੱਗ ਹੈਗਾ। ਲੋਕ, ਆਵਾਮ, ਦੇਸ਼ ਦੀ ਜਨਤਾ ਇਹਨਾਂ ਸਾਰਿਆਂ ਪੈਂਤੜਿਆਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੀ ਹੈਗੀ ਆ ਔਰ ਆਪ ਜੀ ਵਰਗੇ ਅਦਾਰੇ ਵੀ ਜਿਹੜੇ ਆ ਲੋਕਾਂ ਨੂੰ ਸਮੇਂ-ਸਮੇਂ ਸਿਰ ਜਾਗਰੂਕ ਕਰਦੇ ਆ। ਸੋ ਇਸ ਕਰਕੇ ਇਹਨਾਂ ਲੀਡਰਾਂ ਦੀਆਂ, ਇਹਨਾਂ ਪਾਰਟੀਆਂ ਦੀਆਂ ਜਿਹੜੀਆਂ ਕੁਝ ਹੀ ਜਿਹੜੀ ਸਾਜ਼ਿਸ਼ਾਂ ਹੁੰਦੀਆਂ ਨੇ, ਸੌੜੇ ਪ੍ਰਚਾਰ, ਸੌੜੇ ਤਰੀਕੇ ਔਰ ਮਾਰੇ ਜਿਹੜੇ ਮਾੜੀ ਕਾਰਕਰਦਗੀ ਹੈਗੀ ਆ, ਉਹ ਲੋਕਾਂ ਦੇ ਸਾਹਮਣੇ ਆਉਣ ਤੋਂ ਕੋਈ ਜ਼ਿਆਦਾ ਦੇਰੀ ਨਹੀਂ ਲੱਗਦੀ। ਸੋ ਬਚਪਨ ਦੇ ਵਿੱਚ ਨਾ ਆਪਾਂ ਦੇਖਦੇ ਹਾਂ ਬੱਚਿਆਂ ਨੂੰ ਖੇਡਦੇ ਹੋਏ ਇੱਕੋ ਬਾਰ-ਬਾਰ ਦੁਹਰਾਉਂਦੇ ਨੇ, ਮੇਰੀ ਮੇਰੀ ਪਾਰਟੀ ਜ਼ਿੰਦਾਬਾਦ। ਸੋ ਬੱਚੇ ਜਦੋਂ ਇਹ ਗੱਲ ਕਰਦੇ ਨੇ, ਲੱਗਦਾ ਇਹਨਾਂ ਦਾ ਵੀ ਹਜੇ ਬਚਪਨ ਹੀ ਚੱਲਦਾ ਪਿਆ, ਇਹ ਵੀ ਹਜੇ ਉੱਥੇ ਹੀ ਖੜੇ ਨੇ, ਮੇਰੀ ਮੇਰੀ ਪਾਰਟੀ ਜ਼ਿੰਦਾਬਾਦ। ਬਾਕੀ ਦੀ ਵੀ ਤਾਂ ਜ਼ਿੰਦਾਬਾਦ ਹੋਣੀ ਚਾਹੀਦੀ ਹੈ, ਬਾਕੀ ਦੀ ਵੀ ਪਾਰਟੀ ਮਿਹਨਤ ਕਰਦੀ ਹੈ। ਸੋ ਜ਼ਿੰਦਾਬਾਦ ਦਾ ਮਤਲਬ ਇਹ ਹੈ ਕਿ ਸਾਰਿਆਂ ਲੋਕਾਂ ਦੀ ਜ਼ਿੰਦਾਬਾਦ ਹੋਣੀ ਚਾਹੀਦੀ, ਕਿਉਂਕਿ ਤੁਸੀਂ ਹਿਊਮਨ ਲਾਈਫ ਨੂੰ ਕੋਈ ਵੈਲਿਊ ਨਹੀਂ ਦੇ ਰਹੇ। ਪਹਿਲਾਂ ਵੀ ਪੋਲੀਟਿਕਸ ਨੇ ਭਾਰਤ ਤੇ ਪਾਕਿਸਤਾਨ ਬਣਵਾ ਦਿੱਤਾ, ਬਟਵਾਰਾ ਕਰਵਾ ਦਿੱਤਾ, 10 ਲੱਖ ਦੇ ਕਰੀਬ ਹਿਊਮਨ ਲਾਈਫਸ ਗਈਆਂ ਨੇ। ਇਹ ਆંકੜਾ ਹੈ ਕਿ ਕਿਸੇ ਯੁੱਧ ਦੇ ਵਿੱਚ ਵੀ ਇੰਨੀਆਂ ਜਾਨਾਂ ਨਹੀਂ ਜਾਂਦੀਆਂ ਜਿੰਨੀਆਂ ਪਾਰਟੀਸ਼ਨ ਦੇ ਵਿੱਚ ਗਈਆਂ। ਸੋ ਉਹੀ ਚੀਜ਼ ਤੁਸੀਂ ਹੁਣ ਵੀ ਲੈ ਕੇ ਚੱਲ ਰਹੇ ਹੋ, ਮੇਰੀ ਮੇਰੀ ਪਾਰਟੀ ਜ਼ਿੰਦਾਬਾਦ ਕਰਕੇ ਬਾਕੀ ਪਾਰਟੀਜ਼ ਨੂੰ ਡਾਊਨ ਕਰਨਾ। ਤੇ ਜਿੱਥੇ ਵੀ ਦੇਖੋ ਹਿਊਮਨ ਲਾਈਫਸ ਤੁਸੀਂ ਦੇਖਦੇ ਹੋ ਸਫਰ ਕਰ ਰਹੀਆਂ ਨੇ, ਲੋਕ ਸੜਕਾਂ ਤੇ ਆ ਚੁੱਕੇ ਨੇ, ਸੜਕਾਂ ਤੇ ਰੁਲਦੇ ਪਏ ਨੇ, ਸੜਕਾਂ ਤੇ ਸੌਂਦੇ ਨੇ। ਸੋ ਇਹ ਹਾਲਾਤ ਹੋ ਚੁੱਕੇ ਨੇ। ਸੋ ਜੇ ਉਹਨਾਂ ਨੂੰ ਕਿਤੇ ਜਿੱਦਾਂ ਇੱਥੇ ਗੁਰੂ ਘਰਾਂ ਤੋਂ ਲੰਗਰ ਮਿਲ ਜਾਂਦਾ, ਜੇ ਉਹ ਵੀ ਨਾ ਮਿਲਣ ਤੇ ਭੁੱਖੇ ਮਰ ਜਾਣ। ਖੈਰ ਇਹ ਤੇ ਆંકੜਾ ਹੈ ਕਿ ਪੰਜਾਬ ਦੀ ਧਰਤੀ ਤੇ ਅੱਜ ਤੱਕ ਕੋਈ ਵੀ ਭੁੱਖਾ ਨਹੀਂ ਮਰਿਆ। ਸੋ ਆਪਾਂ ਅੱਗੇ ਵਧਦੇ ਹਾਂ। ਇੱਕ ਛੋਟੀ ਜਦੋਂ ਆਪਾਂ ਕਹਾਂਗੇ ਨਾ ਫੁਸਫੁਸਾਹਟ, ਹੌਲੀ ਹੌਲੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਕੰਨਾਂ 'ਚ ਪੈਂਦੀਆਂ ਨੇ, ਤੁਹਾਡੇ ਵੀ ਕੰਨਾਂ 'ਚ ਪੈਂਦੀਆਂ ਹੋਣਗੀਆਂ ਕਿ ਲੋਕ ਬਹਿ ਕੇ ਗੱਲਾਂ ਕਰਦੇ ਨੇ। ਕਈ ਵਾਰ ਪੱਤਰਕਾਰ ਭਾਈਚਾਰਾ ਕਰਦਾ ਹੈ, ਕਈ ਵਾਰ ਕੋਈ ਸੂਝਵਾਨ ਸਿਆਣੇ ਲੋਕ ਕਰਦੇ ਨੇ, ਹੌਲੀ ਹੌਲੀ ਦਬੀ ਆਵਾਜ਼ ਦੇ ਵਿੱਚ ਗੱਲਾਂ ਕਰਦੇ ਨੇ ਕਿ ਪੰਜਾਬ ਸਰਕਾਰ ਵੀ ਕਿਤੇ ਸ਼ਾਇਦ ਬਹੁਤੇ ਦਿਨ ਨਾ ਚੱਲੇ, ਇਹਨੂੰ ਵੀ ਡੇਗਣ ਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ। ਹੋ ਸਕਦਾ ਸਨ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਹੋ ਸਕਦਾ ਡਿੱਗ ਪਵੇ ਤੇ ਗਵਰਨਰ ਰਾਜ ਲਾਗੂ ਹੋ ਜਾਵੇ ਕਿ 2024 ਦੀਆਂ ਇਲੈਕਸ਼ਨਸ ਬੀਜੇਪੀ ਜਿੱਤਣਾ ਚਾਹਵੇਗੀ ਸੈਂਟਰ ਦੀਆਂ,
ਤੇ ਜਦੋਂ ਉੱਥੋਂ ਜਿੱਤ ਜਾਂਦੀ ਹੈ ਤੇ ਫਿਰ ਪੰਜਾਬ ਨੂੰ ਵੀ ਆਪਣੇ ਤਰੀਕੇ ਨਾਲ ਕਾਬੂ ਕਰਨਾ ਚਾਹੇਗੀ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣੇ। ਸੋ ਆਮ ਆਦਮੀ ਪਾਰਟੀ ਦੇ ਦਿਨ ਗਿਣੇ ਚੁਣਵੇਂ ਨੇ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿਨ ਗਿਣੇ ਚੁਣਵੇਂ ਨੇ। ਇੱਦਾਂ ਦੀਆਂ ਗੱਲਾਂ ਹੌਲੀ ਹੌਲੀ ਆਵਾਜ਼ 'ਚ ਸੁਣਨ ਨੂੰ ਮਿਲਦੀਆਂ ਨੇ ਕਿ ਸ਼ਾਇਦ ਰਾਜਨੀਤੀ ਦੀ ਇਹ ਨਵੀਂ ਰੈਸਿਪੀ ਤਿਆਰ ਹੋ ਰਹੀ ਹੈ, ਇਹ ਨਵੀਂ ਬਿਸਾਤ ਸ਼ਤਰੰਜ ਦੀ ਵਿਛ ਰਹੀ ਹੈ। ਸ਼ਾਇਦ ਇਸ ਤਰ੍ਹਾਂ ਦੀਆਂ ਚਾਲਾਂ ਅੱਗੋਂ ਚੱਲੀਆਂ ਜਾਣਗੀਆਂ, ਸੰਕੇਤ ਮਿਲ ਰਹੇ ਨੇ। ਡੂ ਯੂ ਐਗਰੀ? ਦੇਖੋ, ਮੈਂ ਇਸ ਗੱਲ ਤੋਂ ਇਤਫਾਕ ਉਸ ਲੈਵਲ ਤੇ ਨਹੀਂ ਰੱਖਦਾ, ਕਿਉਂਕਿ ਜਿਹੜੀਆਂ ਚੀਜ਼ਾਂ ਭਵਿੱਖ ਦੇ ਗਰਭ ਦੇ ਵਿੱਚ ਹੁੰਦੀਆਂ, ਫਿਊਚਰ ਦੇ ਵਿੱਚ ਹੁੰਦੀਆਂ, ਅਜੇ ਇਹਨਾਂ ਗੱਲਾਂ ਦਾ ਹੇਅਰਸੇ ਜਿਹੜੀਆਂ ਕਈਆਂ ਸੁਣੀਆਂ ਗੱਲਾਂ ਹੁੰਦੀਆਂ, ਉਹਨਾਂ ਦਾ ਬੇਸਿਕਲੀ ਕੋਈ ਆਧਾਰ ਨਹੀਂ ਹੁੰਦਾ। ਕੋਈ ਜੀ ਵੀ ਗੱਲ ਜਦੋਂ ਅਸੀਂ ਐਨਾਲਾਈਜ਼ ਕਰਦੇ ਹੈਗੇ ਆ, ਉਹ ਸੁਣਦੇ ਆ, ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਗੱਲ ਕਰਦੇ ਆ। ਸੋ ਇਸ ਜੀ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਫਿਲਹਾਲ ਲਗਭਗ 92 ਐਮਐਲਏਆਂ ਦੇ ਨਾਲ ਬਹੁਤ ਵੱਡੀ ਲੀਡ ਦੇ ਵਿੱਚ ਇਸ ਵੇਲੇ ਆਨੰਦ ਮਾਣ ਰਹੇ ਹੈਗੇ ਆ ਤਾਕਤ ਦਾ। ਸੋ ਜਿੱਥੋਂ ਤੱਕ ਗੱਲ ਰਹੀ, ਬਹੁਤ ਸਾਰੀਆਂ ਗੱਲਾਂ ਆਉਂਦੀਆਂ ਜੀ, ਫਲਾਣੇ ਲੀਡਰ ਨੂੰ ਮੰਤਰੀ ਨਹੀਂ ਬਣਾਇਆ, ਫਲਾਣੇ ਨੂੰ ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਉਹ ਪਾਰਟੀ ਛੱਡ ਕੇ ਫਲਾਣੇ ਦੇ ਵਿੱਚ ਰਲ ਜਾਏਗਾ। ਇਹ ਗੱਲਾਂ ਅਜੇ ਤੱਕ ਕਰੰਟ ਸਿਚੁਏਸ਼ਨ ਦੇ ਵਿੱਚ ਕਿਤੋਂ ਵੀ ਸੰਭਾਵੀ ਜਿਹੜੀਆਂ ਪ੍ਰੈਕਟੀਕਲ ਨਹੀਂ ਹੈਗੀਆਂ। ਇਹਨਾਂ ਦਾ ਕੋਈ ਤੱਥ ਨਹੀਂ ਹੈਗਾ, ਕੋਈ ਆਧਾਰ ਨਹੀਂ ਹੈਗਾ। ਆਮ ਆਵਾਮ ਜਿਹੜੀ ਹੈ ਉਹ ਭੋਲੀ ਭਾਲੀ ਆਵਾਮ ਹੁੰਦੀ ਆ, ਕਈ ਵਾਰੀ ਉਹ ਗੱਲ ਸੁਣ ਕੇ ਜਿਹੜੀ ਆ ਉਸ ਤੇ ਸੋਚਣਾ ਸ਼ੁਰੂ ਕਰ ਦਿੰਦੇ ਹੁੰਦੇ ਆ, ਪਰ ਹਰ ਗੱਲ ਆਧਾਰ ਤੇ ਹੋਣੀ ਚਾਹੀਦੀ ਹੈ, ਫੈਕਟਸ ਤੇ ਹੋਣੀ ਚਾਹੀਦੀ ਹੈ, ਉਹਦਾ ਜੀ ਬੇਸ ਹੋਣਾ ਚਾਹੀਦਾ। ਸੋ ਇਸ ਕਰਕੇ ਹਾਂ, ਕੇਂਦਰ ਸਰਕਾਰ ਜਿਹੜੀ ਹੈ, ਜਿਸ ਤਰ੍ਹਾਂ ਗੱਲ ਆਉਂਦੀ ਆ ਕਿ ਭਗਵੰਤ ਸਿੰਘ ਮਾਨ ਇੱਕ ਬੜੇ ਵੀਕ ਚੀਫ ਮਿਨਿਸਟਰ ਹੈਗੇ ਆ ਪੰਜਾਬ ਦੇ, ਔਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਉਹਦੇ ਉੱਤੇ ਆਪਣੇ ਤਾਕਤਵਰ ਲੀਡਰ ਜਿਹੜੇ ਉਹ ਬਿਠਾ ਦਿੱਤੇ, ਜਿਨ੍ਹਾਂ ਨੂੰ ਬਣਾਇਆ ਗਿਆ ਬੜੀ ਜਲਦੀ, ਉਹਨਾਂ ਨੂੰ ਅੱਗੇ ਪ੍ਰਪੋਜ਼ ਕੀਤਾ ਗਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ, ਰਾਜ ਸਭਾ ਦੇ ਵਿੱਚ ਵੀ ਲੈ ਕੇ ਆਏ, ਆਈਟੀ ਵਿੰਗਸ ਦੇ ਲੀਡਰਸ ਵੀ ਉਹ ਲੈ ਕੇ ਆਏ, ਬਹੁਤ ਸਾਰੇ ਹੋਰ ਅਹੁਦਿਆਂ ਦੇ ਉੱਤੇ ਦਿੱਲੀ ਤੋਂ ਆਵਾਮ ਲਿਆ ਕੇ ਬਿਠਾਈ ਗਈ, ਲੋਕਾਂ ਨੂੰ ਬਿਠਾਇਆ ਗਿਆ। ਔਰ ਇਸ ਤਰੀਕੇ ਨਾਲ ਇਹ ਦੱਸਿਆ ਜਾਂਦਾ ਕਿ ਜਿਹੜਾ ਭਗਵੰਤ ਸਿੰਘ ਮਾਨ ਹੈ ਉਹ ਰਬਰ ਸਟੈਂਪ ਹੈਗੀ ਆ। ਅਸਲ ਜਿਹੜੀ ਸਾਜ਼ਿਸ਼ ਜਿਹੜੀ ਆ, ਜਿਹੜੀ ਸੋਚ ਹੈ, ਉਹ ਅਰਵਿੰਦ ਕੇਜਰੀਵਾਲ ਦੀ ਚੱਲਦੀ ਹੈ। ਵੱਡੇ ਅਫਸਰਾਂ ਦੀਆਂ ਬਦਲੀਆਂ ਜਿਹੜੀਆਂ ਉਹ ਰਾਘਵ ਚੱਡੇ ਦੇ ਦਫ਼ਤਰਾਂ ਦੇ ਵਿੱਚ ਹੁੰਦੀਆਂ, ਅਫਸਰ ਜਿਹੜੇ ਲਾਈਨ ਲਗਾ ਕੇ ਉਹਨਾਂ ਨੂੰ ਮਿਲਦੇ ਹੈਗੇ ਆ। ਸੋ ਜਿਹੜੇ ਭਗਵੰਤ ਸਿੰਘ ਮਾਨ ਹੈ ਉਹ ਕੀ ਕਰ ਰਹੇ ਹੈਗੇ ਆ, ਉਹ ਸਿਰਫ ਦਿੱਲੀ ਦੇ ਇਸ਼ਾਰਿਆਂ ਤੇ ਚੱਲ ਰਹੇ ਆ। ਛੋਟੇ ਤੋਂ ਛੋਟੇ ਕੋਈ ਆਦੇਸ਼ ਜਾਰੀ ਕਰਨੇ ਹੋਣ ਤੇ ਉਹ ਦਿੱਲੀ ਪਹੁੰਚ ਜਾਂਦੇ ਆ। ਸੋ ਇਹਨਾਂ ਗੱਲਾਂ ਕਰਕੇ ਆਮ ਆਵਾਮ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਜ਼ਾਹਰ ਹੁੰਦਾ, ਡਰ ਪੈਦਾ ਹੁੰਦਾ, ਪੰਜਾਬ ਵਾਸਤੇ ਫਿਕਰ ਪੈਦਾ ਹੁੰਦੀ ਹੈ ਕਿ ਜੇ ਚੀਫ ਮਿਨਿਸਟਰ ਆਪਣੇ ਲੈਵਲ ਦੇ ਉੱਤੇ ਡਿਸੀਜਨਸ ਨਹੀਂ ਲੈ ਸਕਦਾ, ਪੰਜਾਬ ਦੀ ਤਰੱਕੀ ਦੇ ਲਈ ਜੋ ਨਿਰਦੇਸ਼ ਦੇਣੇ ਹੁੰਦੇ ਉਹ ਨਹੀਂ ਦੇ ਸਕਦਾ, ਪਰ ਉਹਦੇ ਸਿਰ ਦੇ ਉੱਤੇ ਹੀ ਆਪਣੀ ਮਰਜ਼ੀ ਦੇ ਅਫਸਰ ਬਿਠਾ ਦਿੱਤੇ ਜਾਂਦੇ। ਤੁਹਾਨੂੰ ਪਤਾ ਹੋਊਗਾ ਕਿ ਪੰਜਾਬ ਦੇ ਦੇਖੋ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਾਡੀ ਜ਼ੀਰੋ, ਇਹ ਸਮਝ ਲੈਣਾ ਚਾਹੀਦਾ ਕਿ ਜਿਹੜਾ ਚੀਫ ਸੈਕਟਰੀ ਪੰਜਾਬ ਹੈਗੇ ਆ, 2009 ਦੇ ਵਿੱਚ ਉਹਨਾਂ ਤੇ 2 ਲੱਖ ਰੁਪਇਆ ਰਿਸ਼ਵਤ ਲੈਣ ਦੇ ਕੇਸ ਦੇ ਵਿੱਚ ਉਹ ਜੇਲ੍ਹ ਵੀ ਗਏ ਸੀ। ਸੋ ਇਸ ਜੀ ਕਰਕੇ ਫਿਰ ਜ਼ੀਰੋ ਟੋਲਰੈਂਸ ਤੁਹਾਡੀ ਕਿੱਥੇ ਗਈ? ਫਿਰ ਹੋਰ ਜਿਨ੍ਹਾਂ ਨੂੰ ਮੀਡੀਆ ਸਲਾਹਕਾਰ ਬਣਾਇਆ ਹੈਗਾ, ਉਹਨਾਂ ਦੇ ਉੱਤੇ ਰੇਪ ਚਾਰजेस ਵੀ ਰਹੇ ਹੈਗੇ ਆ। ਸੋ ਇਸ ਜੀ ਕਰਕੇ ਏਦਾਂ ਹੀ ਕਹਿਣੀ ਤੇ ਕਥਨੀ ਦੇ ਵਿੱਚ ਬੜਾ ਵੱਡਾ ਫ਼ਰਕ ਹੁੰਦਾ, ਤੇ ਉਹਦੇ ਕਰਕੇ ਜਿਹੜਾ ਬੁੱਧੀਜੀਵੀ ਵਰਗ ਆ, ਉਹਦੇ ਅੰਦਰ ਜਿਹੜਾ ਇਸ ਗੱਲ ਦਾ ਗੁੱਸਾ ਵੀ ਜ਼ਾਹਰ ਕਰਦੇ ਨੇ। ਉਹਨਾਂ ਦੀ ਸੋਚ ਦੇ ਵਿੱਚ ਵਹਿਮ ਭਰਮ ਵੀ ਆਉਂਦੇ ਨੇ ਕਿ ਇਹ ਸਰਕਾਰਾਂ ਚੱਲ ਸਕਣਗੀਆਂ ਕਿ ਨਹੀਂ ਚੱਲ ਸਕਣਗੀਆਂ। ਇਹਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਫ਼ਰਕ ਹੈ। ਭਗਵੰਤ ਸਿੰਘ ਮਾਨ ਕਹਿੰਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ, ਔਰ ਡਿਸੀਜਨਸ ਉਹਨਾਂ ਦੇ ਕਿਤੋਂ ਹੋਰ ਆਉਂਦੇ ਨੇ, ਤਾਰ ਕਿਤੋਂ ਹੋਰ ਹਿਲਦੀ ਹੈ। ਸੋ ਇਹਨਾਂ ਗੱਲਾਂ ਕਰਕੇ ਇਹ ਡਾਊਟਸ ਜਿਹੜੇ ਆ ਪੰਜਾਬ ਦੇ ਲੈਵਲ ਦੇ ਉੱਤੇ ਪੈਦਾ ਹੋਏ। ਪਰ ਹਾਂ, ਜੇ ਅਗਲੇ ਸਮੇਂ ਦੇ ਵਿੱਚ ਹਾਲਾਤ ਬਦਲਣ, ਜਿਸ ਤਰ੍ਹਾਂ ਇਹ ਬੜਾ ਨੈਚੁਰਲ ਹੁੰਦਾ ਕਿ ਕੋਈ ਬੇੜੀ ਡੁੱਬਦੀ ਹੋਵੇ, ਉਹਦੇ ਵਿੱਚ ਕੋਈ ਸਵਾਰ ਨਹੀਂ ਹੋਣਾ ਚਾਹੁੰਦਾ ਹੁੰਦਾ, ਤੇ ਜੀ ਫਿਰ ਉਹ ਜੀ ਛਾਲ ਮਾਰ ਕੇ ਦੂਸਰੀ ਬੇੜੀ 'ਚ ਜਾਂਦਾ। ਇਸੇ ਤਰੀਕੇ ਨਾਲ ਜੇ ਲੱਗੇਗੀ ਪੰਜਾਬ ਦੇ ਲੀਡਰਾਂ ਨੂੰ ਕਿ ਜੇ ਆਮ ਆਦਮੀ ਪਾਰਟੀ ਕੁਝ ਪ੍ਰੈਕਟੀਕਲ ਔਨ ਗਰਾਊਂਡ ਅਮਲ ਦਰਾਮਦ ਦੇ ਵਿੱਚ ਨਹੀਂ ਲਿਆ ਪਾ ਰਹੀ, ਜੋ ਵਾਅਦੇ ਕੀਤੇ ਸੀ ਪੂਰੇ ਨਹੀਂ ਕਰ ਪਾ ਰਹੀ, ਮੁਕੰਮਲ ਨਹੀਂ ਕਰ ਪਾ ਰਹੀ, ਤੇ ਆਬਵੀਅਸ ਹੈ ਕਿ ਲੀਡਰ ਜਿਹੜੇ ਆ ਉਸ ਪਾਰਟੀ ਨੂੰ ਛੱਡਣਗੇ, ਕਿਉਂਕਿ ਉਹਨਾਂ ਨੇ ਫਿਰ ਚੋਣਾਂ ਦੇ ਵਿੱਚ ਜਾਣਾ। ਆਵਾਮ ਕੋ ਵੋਟਾਂ ਕਿਵੇਂ ਮੰਗਣੀਆਂ? ਆਵਾਮ ਤੇ ਫਿਰ ਭਜਾਉਂਦੀ ਆ, ਰੇਸ ਲਵਾਉਂਦੀ ਆ ਲੋਕਾਂ ਦੀ। ਸੋ ਇਸ ਕਰਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਫਿਰ ਹੋ ਸਕਦਾ ਕਿ ਜੇ ਪਰਫਾਰਮ ਨਾ ਕਰ ਪਾਉਣ, ਡਿਲੀਵਰ ਨਾ ਕਰ ਪਾਉਣ, ਵਾਅਦੇ ਪੂਰੇ ਨਾ ਕਰ ਪਾਉਣ, ਜਿਵੇਂ ਮਹਿਲਾਵਾਂ ਨੂੰ 1000 ਰੁਪਇਆ ਮਹੀਨਾ ਦੇਣ ਦੀ ਵੀ ਗੱਲ ਕੀਤੀ ਸੀ। ਅੱਜ ਜੀ ਪਿੰਡਾਂ 'ਚ ਜਾਂਦੇ ਨੇ ਤੇ ਮਹਿਲਾਵਾਂ ਉਹਨਾਂ ਨੂੰ ਪੁੱਛਦੀਆਂ ਨੇ ਕਿੱਥੇ ਨੇ ਸਾਡੇ ਪੈਸੇ? ਸੋ ਇਸ ਕਰਕੇ ਜਦੋਂ ਗਾਂਹ ਇਹਨਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਹਾਲਾਤ ਬਦਲਣਗੇ, ਮੈਂਬਰ ਪਾਰਲੀਮੈਂਟ ਦੀਆਂ 2024 ਚੋਣਾਂ ਹੋਣੀਆਂ, ਉਸ ਤੋਂ ਬਾਅਦ ਹਾਲਾਤ ਬਦਲਣਗੇ, ਤੇ ਫਿਰ ਸਿੱਧਾ-ਸਿੱਧਾ ਹੁੰਦਾ ਕਿ ਲੀਡਰ ਜਿਹੜੇ ਆ ਇਸ ਡੁੱਬਦੀ ਬੇੜੀ ਨੂੰ ਛੱਡ ਕੇ ਦੂਸਰੀ ਬੇੜੀ 'ਚ ਜਾਣਗੇ। ਫਿਰ ਉਹ ਗੱਲਾਂ ਸਾਕਾਰ ਹੋ ਜਾਣਗੀਆਂ ਕਿ ਫਿਰ ਭਾਰਤੀ ਜਨਤਾ ਪਾਰਟੀ ਆਪਣੀਆਂ ਪੈੜਾਂ ਪੰਜਾਬ ਦੇ ਵਿੱਚ ਮਜ਼ਬੂਤ ਕਰ ਰਹੀ ਜੀ ਪਵਨ ਜੀ, ਹੁਣ ਇੱਕ ਆਖਰੀ ਸਵਾਲ ਕਿ ਜੋ ਇਹ ਐਡਵਾਈਜ਼ਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਚੇਅਰਮੈਨ ਰਾਘਵ ਚੱਡਾ, ਸੋ ਕੀ ਦੇਖਦੇ ਹੋ ਇਹ ਐਡਵਾਈਜ਼ਰੀ ਕਮੇਟੀ ਪੰਜਾਬ ਦੀ ਰਾਜਨੀਤੀ ਦੇ ਉੱਤੇ, ਪੰਜਾਬ ਦੇ ਪ੍ਰਸ਼ਾਸਨ ਦੇ ਉੱਤੇ
ਕਿੰਨੀ ਕੁ ਹਾਵੀ ਹੋ ਜਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਐਕਚੁਅਲ ਸੀਐਮ ਕੌਣ ਹੋਣਗੇ, ਪੰਜਾਬ ਦੇ ਭਗਵੰਤ ਮਾਨ ਜਾਂ ਸ਼੍ਰੀ ਰਾਘਵ ਚੱਡਾ? ਦੇਖੋ, ਇਹ ਬੜਾ ਪਰਟੀਨੈਂਟ ਕੁਐਸਚਨ ਤੁਸੀਂ ਕੀਤਾ ਹੈਗਾ, ਬਹੁਤ ਅੱਛਾ ਸਵਾਲ ਹੈਗਾ। ਇਹੀ ਤੇ ਗੱਲ ਪੰਜਾਬੀਆਂ ਦੇ ਮਨਾਂ ਦੇ ਵਿੱਚ ਸ਼ੰਕਾ ਪੈਦਾ ਕਰਦੀ ਆ, ਉਹਨਾਂ ਦੀ ਸੋਚ ਨੂੰ ਜਿਹੜੀ ਆ ਉਰੇ ਪਰੇ ਖੜਦੀ ਆ ਕਿ ਪੰਜਾਬ ਦੇ ਵਿੱਚ ਜੇ ਰਾਘਵ ਚੱਡਾ ਨੂੰ ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ, ਕੀ ਪੰਜਾਬ ਦੇ ਵਿੱਚ ਬੁੱਧੀਜੀਵੀ ਵਰਗ ਖਤਮ ਹੋ ਗਿਆ? ਕੀ ਪੰਜਾਬ ਦੇ ਵਿੱਚ ਓਨੇ ਸਿਆਣੇ ਲੋਕ ਨਹੀਂ ਰਹੇ? ਕੀ ਪੰਜਾਬ ਦੇ ਲੋਕਾਂ ਨੇ ਜਿਹੜੇ 117 ਐਮਐਲਏ ਵਿਧਾਨ ਸਭਾ ਦੇ ਵਿੱਚ ਭੇਜੇ ਆ, ਜਿਹਦੇ ਵਿੱਚੋਂ ਕਿ 92 ਇਹਨਾਂ ਦੀ ਹੀ ਪਾਰਟੀ ਦੇ ਆ, ਕੀ ਉਹਨਾਂ ਵਿੱਚੋਂ ਕੋਈ ਵੀ ਅਜਿਹਾ ਬੰਦਾ ਨਹੀਂ ਜਿਹੜਾ ਪੰਜਾਬ ਸਰਕਾਰ ਨੂੰ ਸਲਾਹ ਦੇ ਸਕੇ? ਕਿਉਂ ਜਿਹੜੇ ਕੱਲ੍ਹ ਦੇ ਛੋਕਰਿਆਂ ਨੂੰ, ਘੱਟ ਦਿਮਾਗ ਵਾਲੇ ਲੋਕਾਂ ਨੂੰ ਪੰਜਾਬ ਦੇ ਵਿੱਚ ਐਡਜਸਟ ਕਰਕੇ, ਸਾਹਮਣੇ ਪ੍ਰਪੋਜ਼ ਕਰਕੇ ਧੱਕੇ ਨਾਲ ਬਦੋ-ਬਦੀ ਉਹਨਾਂ ਨੂੰ ਲੀਡਰ ਜਿਹੜਾ ਉਹ ਬਣਾਇਆ ਜਾ ਰਿਹਾ। ਫਿਰ ਲੀਡਰ ਬਣਾਉਣ ਤੋਂ ਬਾਅਦ ਉਹਨਾਂ ਨੂੰ ਅਹੁਦੇ ਦਿੱਤੇ ਜਾ ਰਹੇ ਆ। ਪੰਜਾਬ ਦੇ ਰੈਵਨਿਊ ਵਿੱਚੋਂ ਫੀਸਿਸ ਜਿਹੜੀਆਂ ਉਹਨਾਂ ਦੀਆਂ ਪੇ ਹੋਣਗੀਆਂ ਕੱਲ੍ਹ ਨੂੰ, ਔਰ ਜੇ ਉਹ ਕਹਿੰਦੇ ਆ ਕਿ ਅਸੀਂ ਕੋਈ ਦੀ ਤਨਖਾਹ ਨਹੀਂ ਲਵਾਂਗੇ, ਭੱਤਾ ਨਹੀਂ ਲਵਾਂਗੇ, ਕੋਈ ਫਾਇਦਾ ਨਹੀਂ ਲਵਾਂਗੇ, ਤੇ ਇਹ ਵੀ ਗੱਲਾਂ ਸਾਰੀਆਂ ਵੇਖਣ ਵਾਲੀਆਂ ਹੋਣਗੀਆਂ, ਕੋਰਟ ਦੇ ਵਿੱਚ ਵੀ ਗੱਲ ਚਲੇਗੀ। ਤੋ ਇਸ ਕਰਕੇ ਇਹ ਗੱਲਾਂ ਪੰਜਾਬੀਆਂ ਨੂੰ ਕਤਈ ਮਨਜ਼ੂਰ ਨਹੀਂ ਹੋਣ ਵਾਲੀਆਂ ਹੈਗੀਆਂ। ਇੱਥੋਂ ਹੀ ਗੱਲਾਂ ਜਿਹੜੀਆਂ ਸਾਹਮਣੇ ਸਾਬਤ ਹੁੰਦੀਆਂ ਕਿ ਭਗਵੰਤ ਸਿੰਘ ਮਾਨ ਇੱਕ ਰਬਰ ਸਟੈਂਪ ਹੈਗੇ ਆ ਔਰ ਬਾਹਰੀ ਲੀਡਰਾਂ ਨੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਬਜ਼ਾ ਕਰ ਲਿਆ ਹੈਗਾ ਔਰ ਉਹਨਾਂ ਦੇ ਉੱਤੇ ਇੱਕ ਰੱਸਾ ਗਲ ਦੇ ਵਿੱਚ ਪਾ ਕੇ ਉਹਨਾਂ ਨੂੰ ਆਪਣੀ ਕਮਾਂਡ ਦੇ ਵਿੱਚ ਰੱਖ ਲਿਆ ਹੈਗਾ। ਕੋਈ ਵੀ ਡਿਸੀਜਨ ਜਦੋਂ ਕਰਨੇ ਹੁੰਦੇ ਆ, ਰਾਘਵ ਚੱਡਾ ਬੜੀ ਪ੍ਰਮੁੱਖ ਭੂਮਿਕਾ ਪੰਜਾਬ ਦੇ ਵਿੱਚ ਨਿਭਾ ਰਹੇ ਨੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਕੋਈ ਖਾਸ ਗੱਲ ਦੱਸਣ ਕਿ ਜਿਹੜੀ ਰਾਘਵ ਚੱਡਾ ਨੇ ਪੰਜਾਬ ਦੇ ਲੋਕਾਂ ਵਾਸਤੇ ਕੀਤੀ ਹੋਵੇ, ਦੇਸ਼ ਵਾਸਤੇ ਕੀਤੀ ਹੋਵੇ, ਕੋਈ ਏਦਾਂ ਦਾ ਬਲੀਦਾਨ ਉਹਨਾਂ ਨੇ ਦਿੱਤਾ ਹੋਵੇ, ਕੋਈ ਖਾਸ ਇਹੋ ਜਿਹੀ ਬੁੱਧੀਜੀਵੀ ਵਰਗ ਵਾਲੀ ਕੋਈ ਗੱਲ ਕੀਤੀ ਹੋਵੇ ਜਿਹਦੇ ਨਾਲ ਦੇਸ਼ ਵਾਸੀਆਂ ਦਾ ਭਲਾ ਹੋਇਆ ਹੋਵੇ। ਕਿਹੜੇ ਜਿਹੇ ਕਾਰਨ ਹੈਗੇ ਆ ਕਿ ਉਹਨਾਂ ਨੂੰ ਬਦੋ-ਬਦੀ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ, ਵੱਡੇ ਅਹੁਦੇ ਦਿੱਤੇ ਜਾ ਰਹੇ ਨੇ, ਰਾਜ ਸਭਾ ਦੇ ਵਿੱਚ ਭੇਜਿਆ ਜਾ ਰਿਹਾ? ਕਿਤੇ ਇਹ ਸਿਰਫ ਭਗਵੰਤ ਸਿੰਘ ਮਾਨ ਉੱਤੇ ਕੰਟਰੋਲ ਕਰਨ ਵਾਸਤੇ ਤੇ ਨਹੀਂ ਇਹ ਤੌਰ ਤਰੀਕੇ ਅਪਣਾਏ ਜਾਏ ਕਿ ਕੱਲ ਨੂੰ ਤਖਤਾ ਪਲਟ ਕਰਨਾ, ਜੇ ਇਹਨਾਂ ਨੂੰ ਭਗਵੰਤ ਸਿੰਘ ਮਾਨ ਪਸੰਦ ਨਹੀਂ ਆਉਂਦਾ, ਕਾਬੂ ਦੇ ਵਿੱਚ ਨਹੀਂ ਆਉਂਦਾ, ਤੇ ਕਿਸੇ ਦੂਸਰੇ ਲੀਡਰ ਨੂੰ ਇਹ ਮੁੱਖ ਮੰਤਰੀ ਬਣਾ ਸਕਦੇ ਹੋਣ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਸਾਜ਼ਿਸ਼ ਜਿਹੜੀਆਂ ਕਿਤੇ ਨਾ ਕਿਤੇ ਪੰਜਾਬੀਆਂ ਵਿਰੁੱਧ, ਪੰਜਾਬ ਸਰਕਾਰ ਦੇ ਵਿਰੁੱਧ, ਇਹ ਕਿਤੇ ਨਾ ਕਿਤੇ ਵਾਜਬ ਤਰੀਕੇ ਨਾਲ ਸ਼ੋਅ ਕਰਦੀਆਂ ਹੈਗੀਆਂ। ਇਸ ਗੱਲ ਤੋਂ ਬੜਾ ਖਬਰਦਾਰ ਪੰਜਾਬ ਦੇ ਲੋਕਾਂ ਨੂੰ ਵੀ ਰਹਿਣ ਦੀ ਲੋੜ ਹੈਗੀ ਆ, ਭਗਵੰਤ ਸਿੰਘ ਮਾਨ ਨੂੰ ਖੁਦ ਵੀ ਰਹਿਣ ਦੀ ਲੋੜ ਹੈਗੀ ਆ। ਆਲ ਇਨ ਆਲ ਇਹਨਾਂ ਨੇ ਜੋ ਵੀ ਇਹ ਹਰਕਤਾਂ ਪੰਜਾਬੀਆਂ ਦੇ ਨਾਲ ਕੀਤੀਆਂ ਨੇ ਸਰਕਾਰ ਬਣਨ ਤੋਂ ਬਾਅਦ, ਉਹ ਪੰਜਾਬ ਦੇ ਲੋਕਾਂ ਨੂੰ, ਆਵਾਮ ਨੂੰ ਕਿਤੇ ਵੀ ਮਨਜ਼ੂਰ ਨਹੀਂ ਹੋਈਆਂ। ਇਹੋ ਹੀ ਕਾਰਨ ਹੋਈ ਕਿ ਸੰਗਰੂਰ ਦੀ ਜ਼ਿਮਨੀ ਚੋਣ ਬੜੀ ਬੁਰੀ ਤਰ੍ਹਾਂ ਇਹਨਾਂ ਨੂੰ ਹਾਰਨੀ ਪਈ। ਜਿਹੜੀ ਸਰਕਾਰ ਹੋਵੇ, ਜ਼ਿਮਨੀ ਚੋਣ ਤਕਰੀਬਨ ਉਹੀ ਸਰਕਾਰ, ਉਹੀ ਪਾਰਟੀ ਜਿੱਤਦੀ ਹੁੰਦੀ ਆ, ਤੇ ਸਰਕਾਰ ਹੁੰਦਿਆਂ ਵੀ ਇਹ ਚੋਣ ਹਾਰ ਗਏ। ਇੱਥੋਂ ਸਿੱਧਾ ਸਪਸ਼ਟ ਸਾਹਮਣੇ ਆਉਂਦਾ ਕਿ ਪੰਜਾਬੀਆਂ ਨੇ ਅਜੇ ਤੱਕ ਇਹਨਾਂ ਦੀ ਕਿਸੇ ਵੀ ਗੱਲ ਨੂੰ ਅੱਛੀ ਤਰੀਕੇ ਦੇ ਨਾਲ ਕਬੂਲ ਨਹੀਂ ਕੀਤਾ। ਸੋ ਇਹਨਾਂ ਗੱਲਾਂ ਨੂੰ ਜੇ ਨਾ ਰੋਕ ਪਾਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਦੇ ਖਾਸੇ ਵਿਰੋਧ ਪੰਜਾਬ ਦੇ ਸਤਰ ਦੇ ਉੱਤੇ, ਦੇਸ਼ ਦੇ ਸਤਰ ਦੇ ਉੱਤੇ ਔਰ ਇਹਨਾਂ ਦੀ ਪਾਰਟੀ ਦੇ ਅੰਦਰ ਹੀ ਬਾਗੀ ਸੁਰਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਸਾਨੂੰ ਮਿਲੀਆਂ। ਜਿਹੜੀ ਗੱਲ ਸੰਜੀਵ ਜੀ ਤੁਸੀਂ ਪਹਿਲਾਂ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਪਸਾਰ ਰਹੀ ਹੈ, ਫਿਰ ਜੇ ਇਦਾਂ ਹੀ ਕਰਦੇ ਰਹਿਣਗੇ ਤੇ ਉਹ ਤੁਹਾਡੀ ਗੱਲ ਜਿਹੜੀ ਮੈਂ ਕਹੀ ਆ ਵੀ ਪੂਰਾ ਸਹਿਮਤ ਨਹੀਂ, ਫਿਰ ਮੈਂ ਉਸ ਗੱਲ ਦੇ ਨਾਲ ਪੂਰਾ ਸਹਿਮਤ ਵੀ ਹੋ ਜਾਊਂਗਾ। ਉਹ ਇਹੋ ਹੀ ਤੌਰ ਤਰੀਕੇ ਹੈਗੇ ਜਿੰਨਾ ਕਰਕੇ ਉਹ ਗੱਲਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਮਨਾਂ ਦੇ ਵਿੱਚ ਆਉਂਦੀਆਂ। ਪਵਨ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ ਹੈ ਸਾਨੂੰ ਔਰ ਇਸ ਸਬਜੈਕਟ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਆਪਣੇ ਵੱਲੋਂ ਵੀ ਤੇ ਆਪਣੇ ਦਰਸ਼ਕਾਂ ਵੱਲੋਂ ਵੀ ਮੈਂ ਤੁਹਾਨੂੰ ਥੈਂਕ ਯੂ ਬੋਲਦਾ, ਬਹੁਤ ਬਹੁਤ ਸ਼ੁਕਰੀਆ। ਸੋ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਇਨਬਾਕਸ ਕਰੋ ਸਾਨੂੰ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਕੀ ਸੋਚਦੇ ਹੋ, ਤੇ ਪੰਜਾਬ ਦੇ ਆਵਾਮ ਨੂੰ ਇਹ ਕਹਿਣਾ ਚਾਹਾਂਗੇ ਆਪਣੇ ਪਲੇਟਫਾਰਮ ਤੋਂ ਕਿ ਤੁਸੀਂ ਉੱਠੋ, ਆਪਣੇ ਪੰਜਾਬ ਨੂੰ ਆਪ ਸੰਭੋ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।